ਸਵਾਗਤ ਹੈ ਜੀ ਤੁਹਾਡਾ ਸਾਡੀ ਇੱਕ ਹੋਰ ਨਵੀਂ ਕਹਾਣੀ ਦੇ ਵਿੱਚ। ਮੇਰਾ ਸਕਾ ਮਾਮਾ ਆਪਣੀ ਸਕੀ ਭੈਣ ਨੂੰ ਘੋੜੀ ਬਣਾ ਕੇ ਬੜੇ ਮਜ਼ੇ ਨਾਲ ਉਹਦੇ ਉੱਪਰ ਚੜ੍ਹ ਕੇ ਉਹ ਵਾਲਾ ਕੰਮ ਕਰ ਰਿਹਾ ਸੀ। ਕੋਈ ਭਰਾ ਆਪਣੀ ਸਕੀ ਭੈਣ ਦੇ ਨਾਲ ਇਦਾਂ ਕਿਵੇਂ ਕਰ ਸਕਦਾ? ਮੇਰਾ ਬॉयਫ੍ਰੈਂਡ ਰਾਤ ਨੂੰ ਮੈਨੂੰ ਵਾਰ-ਵਾਰ ਫੋਨ ਕਰੀ ਜਾ ਰਿਹਾ ਸੀ। ਨੈਟਵਰਕ ਦਾ ਕਰਕੇ ਗੱਲ ਨਹੀਂ ਹੋ ਰਹੀ ਸੀ। ਮੈਂ ਆਪਣੀ ਭੈਣ ਦੇ ਲਾਗੇ ਪਈ ਸੀ ਕਿ ਉਹ ਮੇਰੀ ਆਵਾਜ਼ ਨਾ ਸੁਣ ਜਾਵੇ, ਇਸ ਲਈ ਮੈਂ ਰਾਤ ਨੂੰ ਉੱਠ ਕੇ ਲਾਗੇ ਦੇ ਕਮਰੇ ਕੋਲ ਚਲੀ ਗਈ। ਜਦੋਂ ਮੈਂ ਉਸ ਕਮਰੇ ਦੀ ਖਿੜਕੀ ਕੋਲ ਗਈ ਤਾਂ ਅੰਦਰੋਂ ਮੈਨੂੰ ਕੁੱਚ-ਕੁੱਚ ਦੀ ਆਵਾਜ਼ ਆਉਣ ਲੱਗੀ। ਜਦੋਂ ਮੈਂ ਖਿੜਕੀ ਰਾਹੀਂ ਦੇਖਿਆ ਤਾਂ ਮਾਮਾ ਮਾਂ ਦੇ ਨਾਲ ਉਹ ਸਭ ਕੁਝ ਕਰ ਰਿਹਾ ਸੀ। ਇਹ ਦੇਖ ਕੇ ਤਾਂ ਮੇਰੀ ਰੂਹ ਕੰਬ ਗਈ, ਕਿਉਂਕਿ ਮੈਂ ਜਿਹਨੂੰ ਪਸੰਦ ਕਰਦੀ ਸੀ ਉਹਨੇ ਮੈਨੂੰ ਅੱਧੀ ਰਾਤ ਫੋਨ ਕੀਤਾ, ਪਰ ਮੇਰੇ ਲਾਗੇ ਦੀਦੀ ਲੰਮੀ ਪਈ ਹੋਈ ਸੀ। ਇਸ ਲਈ ਮੈਂ ਹੌਲੀ-ਹੌਲੀ ਗੱਲ ਕਰ ਰਹੀ ਸੀ, ਪਰ ਨੈਟਵਰਕ ਦੀ ਪ੍ਰੋਬਲਮ ਕਰਕੇ ਆਵਾਜ਼ ਸਹੀ ਤਰ੍ਹਾਂ ਨਹੀਂ ਆ ਰਹੀ ਸੀ। ਮੈਂ ਸੋਚਿਆ ਕਿ ਮੈਂ ਕੋਠੇ 'ਤੇ ਜਾ ਕੇ ਗੱਲ ਕਰ ਲੈਂਦੀ ਹਾਂ, ਇਸ ਲਈ ਮੈਂ ਚੋਰੀ-ਚੋਰੀ ਛੱਤ 'ਤੇ ਚਲੀ ਗਈ। ਹਜੇ ਮੈਂ ਉਹਦੇ ਨਾਲ ਗੱਲ ਕਰਨ 'ਚ ਬਿਜੀ ਸੀ ਕਿ ਮੈਨੂੰ ਪਤਾ ਨਹੀਂ ਇੱਦਾਂ ਕੀ ਲੱਗਿਆ ਕਿ ਛੱਤ 'ਤੇ ਬਣੇ ਸਟੋਰ ਰੂਮ ਦੇ ਵਿੱਚ ਕੋਈ ਪਹਿਲਾਂ ਹੀ ਸੀ ਤੇ ਮੈਂ ਡਰ ਗਈ ਸੀ। ਮੈਂ ਸੋਚਿਆ ਕਿ ਸ਼ਾਇਦ ਇਹ ਮੇਰਾ ਵਹਿਮ ਆ, ਕਿਉਂਕਿ ਇਸ ਵੇਲੇ ਚਾਰੇ ਪਾਸੇ ਹਨੇਰਾ ਸੀ। ਸ਼ਾਇਦ ਇਸੇ ਕਰਕੇ ਮੈਨੂੰ ਵਹਿਮ ਹੋ ਗਿਆ ਸੀ। ਮੈਂ ਉਸ ਗੱਲ ਨੂੰ ਇਗਨੋਰ ਕਰ ਦਿੱਤਾ ਸੀ, ਪਰ ਫਿਰ ਅਚਾਨਕ ਹੀ ਮੈਨੂੰ ਇੱਦਾਂ ਲੱਗਿਆ ਕਿ ਜਿੱਦਾਂ ਮੈਨੂੰ ਕਿਸੇ ਦੇ ਬੁਲਾਉਣ ਦੀ ਆਵਾਜ਼ ਸੁਣੀ। ਮੈਂ ਫਟਾਫਟ ਆਪਣੇ ਬॉयਫ੍ਰੈਂਡ ਨੂੰ ਕਿਹਾ ਕਿ ਮੈਂ ਤੈਨੂੰ ਬਾਅਦ ਵਿੱਚ ਫੋਨ ਕਰੂੰਗੀ। ਇਸ ਤੋਂ ਬਾਅਦ ਮੈਂ ਫੋਨ ਕੱਟ ਦਿੱਤਾ, ਪਰ ਆਪਣਾ ਸ਼ੱਕ ਦੂਰ ਕਰਨ ਦੇ ਲਈ ਵੀ ਹਿੰਮਤ ਕਰਕੇ ਸਟੋਰ ਵੱਲ ਹੋ ਜਾਣ ਲੱਗੀ। ਤਾਂ ਜਿੱਦਾਂ ਹੀ ਮੈਂ ਸਟੋਰ ਰੂਮ ਦੀ ਖਿੜਕੀ ਦੇ ਕੋਲ ਗਈ ਤਾਂ ਮੈਂ ਫਿਰ ਹੈਰਾਨ ਹੀ ਰਹਿ ਗਈ, ਕਿਉਂਕਿ ਅੰਦਰ ਜੋ ਮੈਂ ਦੇਖਿਆ ਸੀ ਮੈਂ ਉਹਦੇ ਬਾਰੇ ਸੋਚ ਵੀ ਨਹੀਂ ਸਕਦੀ ਸੀ। ਮੇਰੀ ਮਾਂ ਤੇ ਮੇਰਾ ਮਾਮਾ ਸੀ। ਮੈਂ ਉਹਨਾਂ ਨੂੰ ਦੇਖ ਕੇ ਫਿਰ ਹੈਰਾਨ ਹੀ ਰਹਿ ਗਈ ਕਿ ਮਾਮੇ ਨੇ ਬੈਠਦੇ ਹੀ ਕਿਹਾ ਕਿ ਗੁਲਾਬੀ ਪਰੀ, ਤੇ ਫਿਰ ਤੋਂ ਬਾਅਦ ਇੱਦਾਂ ਲੱਗਿਆ ਜਿੱਦਾਂ ਹੀ ਕੋਈ ਤੂਫਾਨ ਆ ਗਿਆ ਹੋਵੇ। ਸਟੋਰ ਰੂਮ ਦਾ ਸਾਰਾ ਸਮਾਨ ਇੱਧਰ ਉੱਧਰ ਖਿਲਰਨ ਲੱਗ ਪਿਆ। ਮੈਂ ਡਰਦੀ ਮਾਰੀ ਖਿੜਕੀ ਦੇ ਕੋਲੇ ਬੈਠ ਗਈ, ਕਿਉਂਕਿ ਜੇ ਮੈਂ ਖੜੀ ਰਹਿੰਦੀ ਤਾਂ ਉਹਨਾਂ ਨੇ ਮੈਨੂੰ ਦੇਖ ਲੈਣਾ ਸੀ। ਹਜੇ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇਹ ਦੋਨੋਂ ਭੈਣ ਭਰਾ ਹੋ ਕੇ ਇਸ ਤਰ੍ਹਾਂ, ਪਰ ਕਿੱਦਾਂ ਕੋਈ ਆਪਣੇ ਭਰਾ ਦੇ ਨਾਲ ਕਰ ਸਕਦਾ? ਮੇਰੀਆਂ ਅੱਖਾਂ ਵਿੱਚ ਹੰਝੂ ਆਉਣ ਲੱਗ ਪਏ। ਮੇਰਾ ਨਾਮ ਕੋਮਲਾ, ਮੇਰੀ ਦੀਦੀ ਜੱਸੀ, ਦੋ ਹੀ ਅਸੀਂ ਭੈਣਾਂ ਸੀ। ਸਾਡੇ ਵਿੱਚ ਬਹੁਤ ਪਿਆਰ ਸੀ ਤੇ ਸਾਡੇ ਵਿੱਚ ਸਿਰਫ ਸਾਲ ਦਾ ਹੀ ਫਰਕ ਸੀ। ਮੈਂ ਅਮੀਰ ਪਰਿਵਾਰ ਨੂੰ ਬਿਲੋਂਗ ਕਰਦੀ ਹਾਂ। ਮੈਂ ਤੇ ਦੀਦੀ ਬਹੁਤ ਛੋਟੀਆਂ ਸੀ ਜਦੋਂ ਪਾਪਾ ਸਾਨੂੰ ਦੋਨਾਂ ਨੂੰ ਇੱਕ ਵਧੀਆ ਸਕੂਲ ਵਿੱਚ ਐਡਮਿਸ਼ਨ ਕਰਾ ਗਏ ਸੀ, ਤੇ ਉਸ ਤੋਂ ਬਾਅਦ ਅੱਗੇ ਦੀ ਪੜ੍ਹਾਈ ਦੇ ਲਈ ਮੈਂ ਤੇ ਦੀਦੀ ਅਬੋਰਡ ਵਿੱਚ ਕੀਤੀ ਸੀ। ਅਸੀਂ ਦੋਨੇ ਭੈਣਾਂ ਹਮੇਸ਼ਾ ਨਾਲ ਹੀ ਰਹੀਆਂ, ਪਰ ਅਸੀਂ ਦੋਨੋਂ ਹਮੇਸ਼ਾ ਆਪਣੇ ਦੇਸ਼ ਨੂੰ ਯਾਦ ਕਰਦੀਆਂ ਸੀ ਤੇ ਆਪਣੇ ਦੂਰ ਹੋਣ ਦੀ ਵਜ੍ਹਾ ਨਾਲ ਕਈ ਸਾਲਾਂ ਤੱਕ ਮੰਮੀ ਪਾਪਾ ਨੂੰ ਮਿਲ ਨਹੀਂ ਸਕਦੀਆਂ ਸੀ, ਕਿਉਂਕਿ ਸਾਡੀ ਪੜ੍ਹਾਈ ਕੰਪਲੀਟ ਹੋਣ ਵਾਲੀ ਸੀ। ਇਸ ਲਈ ਅਸੀਂ ਦੋਨੇ ਬਹੁਤ ਖੁਸ਼ ਸੀ, ਪਰ ਦੀਦੀ ਨੇ ਤਾਂ ਕੁਝ ਜ਼ਿਆਦਾ ਹੀ ਖੁਸ਼ ਸੀ, ਕਿਉਂਕਿ ਦੀਦੀ ਜਿਸ ਮੁੰਡੇ ਨੂੰ ਪਸੰਦ ਕਰਦੀ ਸੀ ਉਹਦੇ ਬਾਰੇ ਘਰ ਪਹੁੰਚਦੀ ਪਾਪਾ ਦੇ ਨਾਲ ਗੱਲ ਕਰਨ ਵਾਲੀ ਸੀ, ਤੇ ਫਿਰ ਉਹਨਾਂ ਦੋਨਾਂ ਦਾ ਕੁਝ ਮਹੀਨਿਆਂ ਵਿੱਚ ਹੀ ਵਿਆਹ ਹੋ ਜਾਣਾ ਸੀ। ਹਾਲਾਂਕਿ ਪਸੰਦ ਤਾਂ ਮੈਂ ਵੀ ਇੱਕ ਮੁੰਡੇ ਨੂੰ ਕਰਦੀ ਸੀ, ਪਰ ਮੈਂ ਇਹ ਸੋਚਿਆ ਸੀ ਕਿ ਜਦੋਂ ਤੱਕ ਦੀਦੀ ਦਾ ਵਿਆਹ ਨਹੀਂ ਹੋ ਜਾਂਦਾ ਉਦੋਂ ਤੱਕ ਮੈਂ ਘਰ ਵਿੱਚ ਕਿਸੇ ਨੂੰ ਉਹਦੇ ਬਾਰੇ ਨਹੀਂ ਦੱਸੂਗੀ, ਕਿਉਂਕਿ ਮੇਰੀ ਭੈਣ ਮੇਰੇ ਤੋਂ ਵੱਡੀ ਸੀ। ਇਸ ਲਈ ਸਭ ਤੋਂ ਪਹਿਲਾਂ ਉਹਦਾ ਘਰ ਵਸਣਾ ਜ਼ਰੂਰੀ ਸੀ। ਮੇਰਾ ਜਲਦੀ ਵਿਆਹ ਕਰਾਉਣ ਦਾ ਕੋਈ ਇਰਾਦਾ ਨਹੀਂ ਸੀ, ਪਰ ਦੀਦੀ ਨੂੰ ਵਿਆਹ ਦੀ ਬਹੁਤ ਜਲਦੀ ਸੀ। ਇਸ ਕਰਕੇ ਉਹ ਘਰ ਪਹੁੰਚਦੇ ਹੀ ਫਟਾਫਟ ਇਸ ਗੱਲ ਦੇ ਬਾਰੇ ਵਿੱਚ ਗੱਲ ਕਰਨਾ ਚਾਹੁੰਦੀ ਸੀ, ਤੇ ਅਸੀਂ ਦੋਨੇ ਭੈਣਾਂ ਕੁਝ ਹੀ ਦਿਨਾਂ ਬਾਅਦ ਆਪਣੇ ਘਰ ਆ ਗਈਆਂ। ਤੇ ਉਹ ਮੁੰਡਾ ਜਿਹਦਾ ਨਾਮ ਰਾਜਵੀਰ ਸੀ, ਜੋ ਮੇਰਾ ਹੋਣ ਵਾਲਾ ਜੀਜਾ ਸੀ, ਤੇ ਉਹ ਵੀ ਸਾਡੇ ਨਾਲ ਦੇ ਸ਼ਹਿਰ ਦਾ ਹੀ ਸੀ, ਤੇ ਉਹ ਵੀ ਕਾਫੀ ਰਿਚ ਪਰਿਵਾਰ ਤੋਂ ਸੀ। ਮੇਰੇ ਘਰ ਮੇਰੇ ਮੰਮੀ ਪਾਪਾ ਦੇ ਨਾਲ ਮੇਰੇ ਮਾਮਾ ਵੀ ਰਹਿੰਦੇ ਸੀ, ਕਿਉਂਕਿ ਮਾਮਾ ਜੀ ਨੇ ਵਿਆਹ ਨਹੀਂ ਕਰਵਾਇਆ ਸੀ। ਇਸੇ ਵਜ੍ਹਾ ਕਰਕੇ ਹਮੇਸ਼ਾ ਮਾਂ ਦੇ ਨਾਲ ਹੀ ਰਹਿੰਦੇ ਸੀ। ਘਰ ਪਹੁੰਚਦੇ ਹੀ ਅਸੀਂ ਦੋਨੇ ਭੈਣਾਂ ਬਹੁਤ ਖੁਸ਼ ਹੋ ਗਈਆਂ। ਉੱਥੇ ਪਹੁੰਚਣ ਤੋਂ ਬਾਅਦ ਸਭ ਤੋਂ ਪਹਿਲਾਂ ਮੈਂ ਇੱਕ ਫੈਮਿਲੀ ਟ੍ਰਿਪ ਬਣਾਈ ਸੀ। ਉਸ ਤੋਂ ਬਾਅਦ ਅਸੀਂ ਇਕੱਠੇ ਕਈ ਥਾਵਾਂ 'ਤੇ ਘੁੰਮਣ ਗਏ। ਇੰਨੇ ਸਾਲਾਂ 'ਚੋਂ ਅਸੀਂ ਆਪਣੇ ਪਰਿਵਾਰ ਦੇ ਨਾਲ ਰਹੀਆਂ, ਤੇ ਦੋਨੋਂ ਭੈਣਾਂ ਜ਼ਿਆਦਾ ਸਮਾਂ ਆਪਣੇ ਪਰਿਵਾਰ ਦੇ ਨਾਲ ਹੀ ਬਿਤਾਉਣਾ ਚਾਹੁੰਦੀਆਂ ਸੀ। ਤੇ ਇੱਧਰ ਅਸੀਂ ਫੈਮਿਲੀ ਟ੍ਰਿਪ ਤੋਂ ਵਾਪਸ ਆ ਗਏ ਸੀ, ਤੇ ਰੋਟੀ ਖਾਂਦੇ ਹੀ ਦੀਦੀ ਨੇ ਪਾਪਾ ਨੂੰ ਕਹਿ ਦਿੱਤਾ ਕਿ ਮੈਂ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਆ। ਦੀਦੀ ਨੇ ਜਦੋਂ ਇਹ ਗੱਲ ਕਹੀ, ਪਤਾ ਨਹੀਂ ਕਿਉਂ ਮੈਨੂੰ ਡਰ ਲੱਗਣ ਲੱਗ ਪਿਆ। ਹਾਲਾਂਕਿ ਮੈਨੂੰ ਪਤਾ ਸੀ ਕਿ ਮੇਰੇ ਪਾਪਾ ਕੋਈ ਰੂੜੀਵਾਦੀ ਨਹੀਂ ਸੀ,
ਤੇ ਹਾਂ, ਉਹ ਦੀਦੀ ਦੀ ਪਸੰਦ ਨਾਲ ਵਿਆਹ ਕਰਾਉਣ ਲਈ ਮੰਨ ਜਾਣਗੇ। ਪਰ ਫਿਰ ਵੀ ਸ਼ਾਇਦ ਇਹ ਗੱਲ ਕੁਝ ਇਦਾਂ ਦੀ ਹੁੰਦੀ ਆ ਕਿ ਹਰ ਕਿਸੇ ਦੇ ਦਿਲ ਦੀ ਧੜਕਣ ਵੱਧ ਜਾਂਦੀ ਆ। ਦੀਦੀ ਦਾ ਇੰਨਾ ਕਹਿਣਾ ਸੀ ਕਿ ਮਾਂ ਤੇ ਪਾਪਾ ਦੀਆਂ ਨਜ਼ਰਾਂ ਇੱਕ ਦੂਜੇ ਤੇ ਟਿਕ ਗਈਆਂ ਤੇ ਮੈਂ ਵੀ ਉਹਨਾਂ ਨੂੰ ਧਿਆਨ ਨਾਲ ਦੇਖ ਰਹੀ ਸੀ। ਘਬਰਾਹਟ ਦਾ ਕਰਕੇ ਮੈਨੂੰ ਵੀ ਅਜੀਬ ਲੱਗ ਰਿਹਾ ਸੀ। ਪਾਪਾ ਨੇ ਦੀਦੀ ਨੂੰ ਕਿਹਾ ਕਿ ਕੀ ਹੋਇਆ, ਕੋਈ ਟੈਨਸ਼ਨ ਵਾਲੀ ਗੱਲ ਆ? ਤਾਂ ਦੀਦੀ ਕਹਿਣ ਲੱਗੀ, ਪਾਪਾ ਟੈਨਸ਼ਨ ਵਾਲੀ ਨਹੀਂ, ਪਰ ਖੁਸ਼ੀ ਦੀ ਗੱਲ ਆ। ਇਹ ਆ ਕਿ ਮੈਂ ਉਸ ਤੋਂ ਬਾਅਦ ਉਹਨੇ ਕਿਹਾ ਕਿ ਦਰਅਸਲ ਮੈਂ ਇੱਕ ਮੁੰਡੇ ਨੂੰ ਪਸੰਦ ਕਰਦੀ ਆ, ਕਿ ਉਹਨੇ ਰਾਜਵੀਰ ਦੇ ਬਾਰੇ ਤੇ ਉਹਦੀ ਫੈਮਿਲੀ ਬਾਰੇ ਪਾਪਾ ਨੂੰ ਸਭ ਕੁਝ ਦੱਸ ਦਿੱਤਾ। ਇਸ ਤੋਂ ਪਹਿਲਾਂ ਪਾਪਾ ਕੁਝ ਕਹਿੰਦੇ, ਮੰਮੀ ਕਹਿਣ ਲੱਗੀ ਕਿ ਤੇਰੇ ਪਾਪਾ ਨੇ ਤਾਂ ਪਹਿਲਾਂ ਹੀ ਇੱਥੇ ਇੱਕ ਮੁੰਡਾ ਪਸੰਦ ਕੀਤਾ ਜੋ ਬਹੁਤ ਹੀ ਉੱਚੇ ਪਰਿਵਾਰ ਨਾਲ ਸੰਬੰਧ ਰੱਖਦਾ, ਉਹਦੇ ਘਰ ਵਿੱਚ ਸਭ ਕੁਝ ਵਧੀਆ। ਦੀਦੀ ਦਾ ਚਿਹਰਾ ਉਤਰ ਗਿਆ ਸੀ। ਉਹ ਕਹਿਣ ਲੱਗੀ, ਪਰ ਮੈਂ ਰਾਜਵੀਰ ਦੇ ਸਿਵਾਏ ਕਿਸੇ ਹੋਰ ਨੂੰ ਆਪਣਾ ਘਰ ਵਾਲਾ ਨਹੀਂ ਮੰਨ ਸਕਦੀ। ਏਦਾਂ ਹੀ ਮਾਂ ਬਹਿਸ ਕਰਨ ਲੱਗ ਪਈ ਕਿ ਤੂੰ ਇੰਨੀ ਵੱਡੀ ਹੋ ਗਈ ਕਿ ਆਪਣੇ ਮਾਂ ਪਿਓ ਦੀ ਗੱਲ ਨਹੀਂ ਮੰਨੇਗੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮਾਂ ਇਸ ਤਰ੍ਹਾਂ ਦੀ ਗੱਲ ਕਿਉਂ ਕਰ ਰਹੀ ਆ, ਕਿ ਉਹਨੂੰ ਦੀਦੀ ਦੀ ਖੁਸ਼ੀ ਨਹੀਂ ਦੇਖੀ ਜਾ ਰਹੀ ਸੀ। ਤਾਂ ਪਾਪਾ ਨੇ ਕਿਹਾ, ਦੇਖ ਮੈਂ ਹਜੇ ਕੋਈ ਫੈਸਲਾ ਨਹੀਂ ਕਰਨਾ ਚਾਹੁੰਦਾ ਜਦੋਂ ਤੱਕ ਮੈਂ ਉਸ ਮੁੰਡੇ ਨੂੰ ਤੇ ਉਹਦੇ ਪਰਿਵਾਰ ਨੂੰ ਨਹੀਂ ਮਿਲਦਾ। ਦੀਦੀ ਨੇ ਕਿਹਾ, ਠੀਕ ਹੈ ਤੇ ਪਾਪਾ ਤੁਸੀਂ ਉਹਨਾਂ ਨੂੰ ਮਿਲ ਲਓ। ਜਦੋਂ ਤੁਹਾਨੂੰ ਸਭ ਕੁਝ ਠੀਕ ਲੱਗੂਗਾ ਤੇ ਤੁਸੀਂ ਇਸ ਰਿਸ਼ਤੇ ਨੂੰ ਅੱਗੇ ਵਧਾ ਦਿਓ। ਇਸ ਗੱਲ ਤੇ ਮਾਂ ਗੁੱਸੇ ਹੋਣ ਲੱਗ ਪਈ। ਉਹ ਪਾਪਾ ਨੂੰ ਕਹਿਣ ਲੱਗੀ ਕਿ ਬੱਚੇ ਛੋਟੇ ਆ, ਇਹ ਕੀ ਜਾਣਦੇ ਚੰਗੇ ਬੁਰੇ ਦੀ ਸਮਝ। ਅੱਜ ਦੀ ਦੁਨੀਆ ਜਿੱਦਾਂ ਦੀ ਦਿਖਾਈ ਦਿੰਦੀ ਆ ਉਦਾਂ ਦੀ ਨਹੀਂ ਆ। ਇਹ 4 ਦਿਨ ਉਸ ਮੁੰਡੇ ਦੇ ਨਾਲ ਰਹੀ ਆ ਤੇ ਉਹਨੂੰ ਆਪਣਾ ਸਭ ਕੁਝ ਮੰਨਣ ਲੱਗ ਪਈ। ਪਰ ਇਹ ਕੋਈ ਜ਼ਰੂਰੀ ਨਹੀਂ ਕਿ ਉਹ ਮੁੰਡਾ ਸੱਚੇ ਇਮਾਨਦਾਰ ਹੋਵੇ। ਕੀ ਪਤਾ ਉਹਨੇ ਦੇਖਿਆ ਕਿ ਇੰਨੇ ਵੱਡੇ ਪਰਿਵਾਰ ਦੀ ਕੁੜੀ ਆ ਤੇ ਇਸ ਲਈ ਉਹਨੇ ਇਹਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਲਿਆ ਹੋਵੇ। ਤੁਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹੋ ਕਿ ਸਾਡੀ ਜੱਸੀ ਕਿੰਨੀ ਸਿੱਧੀ ਆ। ਤੇ ਦੀਦੀ ਨੇ ਮਾਂ ਨੂੰ ਕਿਹਾ ਕਿ ਮਾਂ ਤੂੰ ਮੇਰੀ ਗੱਲ ਤੇ ਵਿਸ਼ਵਾਸ ਕਰ, ਰਾਜਵੀਰ ਮੁੰਡਾ ਬਿਲਕੁਲ ਵੀ ਇਦਾਂ ਦਾ ਨਹੀਂ ਹੈ, ਉਹ ਪੈਸੇ ਲਈ ਸਾਡੇ ਬਰਾਬਰ ਆ। ਪਾਪਾ ਨੇ ਉਹਨਾਂ ਦੋਹਾਂ ਦੀਆਂ ਗੱਲਾਂ ਵਿੱਚ ਹੀ ਉਹਨਾਂ ਨੂੰ ਰੋਕ ਦਿੱਤਾ ਤੇ ਕਹਿਣ ਲੱਗੇ, ਇਸ ਵਕਤ ਗੱਲ ਨਾ ਕਰੋ ਤੇ ਨਾ ਹੀ ਕੋਈ ਬਹਿਸ ਕਰੋ। ਸਭ ਤੋਂ ਪਹਿਲਾਂ ਮੈਂ ਉਹਨਾਂ ਨਾਲ ਮਿਲੂੰਗਾ ਤੇ ਬਾਅਦ ਵਿੱਚ ਕੋਈ ਫੈਸਲਾ ਲਊਂਗਾ। ਮਾਂ ਕਹਿਣ ਲੱਗੀ, ਪਰ ਜਿੰਨਾ ਨਾਲ ਅਸੀਂ ਆਪਣੀ ਜੱਸੀ ਤੇ ਕੋਮਲ ਦੋਨਾਂ ਦੇ ਬਾਰੇ ਗੱਲ ਕੀਤੀ ਆ, ਉਹ ਕੀ ਸਾਡੀ ਗੱਲ ਖਰਾਬ ਨਹੀਂ ਹੋਊਗੀ? ਇਸ ਤਰ੍ਹਾਂ ਤਾਂ ਸਾਡੀ ਸੁਸਾਇਟੀ ਵਿੱਚ ਸਾਡੀ ਨੱਕ ਵੱਢੀ ਜਾਊਗੀ। ਪਾਪਾ ਨੇ ਕਿਹਾ ਕਿ ਆਪਣੀਆਂ ਧੀਆਂ ਦੀ ਖੁਸ਼ੀ ਦੇ ਲਈ ਸਾਡੀ ਨੱਕ ਨੀਵੀਂ ਵੀ ਹੁੰਦੀ ਆ ਤਾਂ ਹੋ ਜਾਵੇ, ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਪਾਪਾ ਦੀ ਇਹ ਗੱਲ ਸੁਣ ਕੇ ਮੈਂ ਤੇ ਦੀਦੀ ਖੁਸ਼ ਹੋ ਗਈਆਂ ਸੀ। ਇਹ ਸੋਚਣ ਲੱਗੀਆਂ ਕਿ ਮਾਂ ਇੰਨੇ ਸਾਲ ਪਾਪਾ ਦੇ ਨਾਲ ਰਹੀ, ਫਿਰ ਵੀ ਉਹਦੀ ਸੋਚ ਇਦਾਂ ਦੀ ਕਿਉਂ ਆ। ਪਰ ਸ਼ੁਕਰ ਆ ਕਿ ਘੱਟੋ ਘੱਟ ਮੇਰੇ ਪਾਪਾ ਤਾਂ ਇਦਾਂ ਦੇ ਨਹੀਂ ਆ। ਇਸ ਤੋਂ ਬਾਅਦ ਅਸੀਂ ਆਪਣੇ ਕਮਰੇ ਵਿੱਚ ਆ ਗਈਆਂ ਸੀ। ਦੀਦੀ ਨੇ ਉਸ ਦਿਨ ਫੋਨ ਕਰਕੇ ਰਾਜਵੀਰ ਨੂੰ ਸਭ ਕੁਝ ਦੱਸ ਦਿੱਤਾ ਸੀ। ਉਹਨੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਗੱਲ ਕਰੇ ਤੇ 2-3 ਦਿਨ ਵਿੱਚ ਉਹਨੂੰ ਇਨਫੋਰਮ ਕਰਵਾ ਦੇਵੇ ਤਾਂ ਕਿ ਅਸੀਂ ਉਹਨਾਂ ਦੇ ਘਰ ਜਾ ਸਕੀਏ। ਇੱਧਰ 3 ਦਿਨਾਂ ਦੇ ਬਾਅਦ ਅਸੀਂ ਸਾਰੇ ਰਾਜਵੀਰ ਦੇ ਘਰ ਗਏ ਤੇ ਰਾਜਵੀਰ ਦਾ ਘਰ ਸੱਚੀ ਹੀ ਬਹੁਤ ਸੋਹਣਾ ਸੀ। ਉਹਦਾ ਪਰਿਵਾਰ ਵੀ ਬੜਾ ਸਿਆਣਾ ਸੀ ਤੇ ਚੰਗੇ ਵਿਚਾਰਾਂ ਦੇ ਸੀ। ਉੱਥੇ ਪਹੁੰਚ ਕੇ ਪਾਪਾ ਦੇ ਚਿਹਰੇ ਉਹ ਦੇਖ ਕੇ ਸਮਝ ਗਏ ਸੀ ਕਿ ਪਾਪਾ ਨੂੰ ਸਭ ਕੁਝ ਚੰਗਾ ਲੱਗਿਆ। ਪਰ ਪਤਾ ਨਹੀਂ ਕਿਉਂ ਮਾਂ ਤੇ ਮਾਮੇ ਦੇ ਚਿਹਰੇ ਤੇ ਕੋਈ ਖੁਸ਼ੀ ਨਜ਼ਰ ਨਹੀਂ ਸੀ ਆ ਰਹੀ। ਮੈਂ ਮਾਂ ਨੂੰ ਕਿਹਾ ਕਿ ਮਾਂ ਤੈਨੂੰ ਸਭ ਕੁਝ ਚੰਗਾ ਕਿਉਂ ਨਹੀਂ ਲੱਗਿਆ? ਤੇ ਮਾਂ ਕਹਿਣ ਲੱਗੀ ਕਿ ਤੂੰ ਸਮਝ ਕਿਉਂ ਨਹੀਂ ਰਹੀ, ਇਹ ਸਭ ਝੂਠ ਦਿਖਾਵਾ, ਤੁਸੀਂ ਅਜੇ ਛੋਟੀ ਹੋ ਤੇ ਮੈਂ ਸਾਰੀ ਉਮਰ ਲੰਘਾਈ ਆ ਤੇ ਮੈਨੂੰ ਸਭ ਕੁਝ ਪਤਾ। ਇਸ ਲਈ ਮੈਨੂੰ ਇਦਾਂ ਲੱਗ ਰਿਹਾ ਕਿ ਇਹ ਸਿਰਫ ਜੱਸੀ ਨੂੰ ਆਪਣੇ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕਰਦੇ ਆ, ਕਿਉਂਕਿ ਇਹ ਚੰਗੇ ਜਿੰਨੇ ਦਿਸ ਰਹੇ ਆ ਕਿ ਇਹ 1 ਕਰੋੜਪਤੀ ਬੰਦੇ ਦੀ ਧੀ ਆ। ਜੋ ਵੀ ਜਾਇਦਾਦ ਹੋਊਗੀ ਉਹਦੇ ਵਿੱਚ ਅੱਧਾ ਹਿੱਸਾ ਇਹਦਾ ਆਰਾਮ ਨਾਲ ਇਹਨੂੰ ਮਿਲ ਜਾਊਗਾ। ਬਸ ਇਹ ਸੋਚ ਕੇ ਇਹਨਾਂ ਨੇ ਆਪਣੇ ਮੁੰਡੇ ਦਾ ਜੱਸੀ ਨਾਲ ਰਿਸ਼ਤਾ ਕੀਤਾ। ਮੈਂ ਮਾਂ ਨੂੰ ਹੱਸਦੇ ਹੋਏ ਕਿਹਾ ਕਿ ਤੁਹਾਨੂੰ ਦੇਖ ਕੇ ਲੱਗਦਾ ਕਿ ਇੰਡੀਅਨ ਸੀਰੀਅਲ ਕੁਝ ਜ਼ਿਆਦਾ ਹੀ ਦੇਖ ਲਏ, ਇਸ ਲਈ ਤੁਹਾਡਾ ਦਿਮਾਗ ਸਿਰਫ ਹਰ ਜਗ੍ਹਾ ਸਾਜ਼ਿਸ਼ਾਂ ਨੂੰ ਹੀ ਦੇਖਦਾ। ਮੇਰੀ ਗੱਲ ਦਾ ਵਿਸ਼ਵਾਸ ਕਰੋ, ਇਦਾਂ ਦਾ ਕੁਝ ਵੀ ਨਹੀਂ ਆ, ਕਿਉਂਕਿ ਇੰਨੇ ਸਾਲਾਂ ਵਿੱਚ ਮੈਂ ਰਾਜਵੀਰ ਨੂੰ ਕਈ ਵਾਰ ਮਿਲੀ ਆ। ਮੈਨੂੰ ਵੀ ਅੱਜ ਤੱਕ ਇਦਾਂ ਨਹੀਂ ਲੱਗਿਆ ਕਿ ਰਾਜਵੀਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਆ। ਮਾਂ ਕਹਿਣ ਲੱਗੀ ਕਿ ਠੀਕ ਆ, ਫਿਰ ਮੈਂ ਰਾਜਵੀਰ ਦੀ ਪ੍ਰੀਖਿਆ ਲਾਉਂਗੀ, ਕਿਉਂਕਿ ਮੈਂ ਆਪਣੀ ਬੱਚੀ ਨੂੰ ਇਸ ਤਰ੍ਹਾਂ ਕਿਸੇ ਦੇ ਹਵਾਲੇ ਨਹੀਂ ਕਰ ਸਕਦੀ ਤੇ ਉਹ ਉਹਨਾਂ ਦਿਮਾਗ ਨਹੀਂ ਚਲਾ ਸਕਦੀ ਜਿੰਨਾ ਤੂੰ ਚਲਾਉਣੀ ਆ। ਉਹਦੇ ਅੰਦਰ ਚਲਾਕੀ ਤਾਂ ਬਿਲਕੁਲ ਵੀ ਨਹੀਂ ਆ। ਮੈਂ ਸੋਚਣ ਲੱਗ ਪਈ ਕਿ ਗੱਲ ਤਾਂ ਠੀਕ ਆ ਮਾਂ ਦੀ, ਇਸ ਲਈ ਕਈ ਵਾਰ ਉਹਦੀਆਂ ਸਹੇਲੀਆਂ ਉਹਦਾ ਫਾਇਦਾ ਵੀ ਉਠਾ ਲੈਂਦੀਆਂ ਸੀ, ਪਰ ਫਿਰ ਵੀ ਉਹ ਕਿਸੇ ਨੂੰ ਕੁਝ ਨਹੀਂ ਕਹਿੰਦੀ ਸੀ।
ਮੈਂ ਵੀ ਚਾਹੁੰਦੀ ਸੀ ਕਿ ਮਾਂ ਜੋ ਵੀ ਰਾਜਵੀਰ ਨੂੰ ਅਜਮਾਉਣਾ ਚਾਹੁੰਦੀ ਹੈ ਉਹਦੇ ਵਿੱਚ ਉਹ ਪਾਸ ਹੋ ਜਾਵੇ, ਖਰੇ ਸੋਨੇ ਦੀ ਤਰ੍ਹਾਂ ਨਿਕਲੇ, ਤਾਂ ਕਿ ਮਾਂ ਨੂੰ ਤਸੱਲੀ ਹੋ ਜਾਵੇ ਕਿ ਜੱਸੀ ਵੀ ਜਿਹਨੂੰ ਪਸੰਦ ਚਾਹੁੰਦੀ ਆ, ਪਸੰਦ ਕਰਦੀ ਆ, ਉਹਦੇ ਨਾਲ ਹਮੇਸ਼ਾ ਖੁਸ਼ ਰਹੇ। ਜਦੋਂ ਪਾਪਾ ਨੂੰ ਸਭ ਕੁਝ ਚੰਗਾ ਲੱਗਿਆ ਤਾਂ ਉਹਨਾਂ ਦਿਨਾਂ ਵਿੱਚ ਉਹਨਾਂ ਦੇ ਨਾਲ ਦੀਦੀ ਤੇ ਰਾਜਵੀਰ ਦੀ ਮੰਗਣੀ ਦੀ ਤਰੀਕ ਰੱਖ ਦਿੱਤੀ। ਦੀਦੀ ਬਹੁਤ ਜ਼ਿਆਦਾ ਖੁਸ਼ ਸੀ ਤੇ ਮੈਂ ਆਪਣੀ ਭੈਣ ਦੇ ਲਈ ਖੁਸ਼ ਸੀ। ਇਸ ਤੋਂ ਬਾਅਦ ਸਾਰੀਆਂ ਰਸਮਾਂ ਕੀਤੀਆਂ ਗਈਆਂ, ਜੋ ਵੀ ਫਾਰਮੈਲਿਟੀ ਸੀ ਉਹਨਾਂ ਨੂੰ ਪੂਰਾ ਕੀਤਾ ਗਿਆ। ਪਰ ਇਹ ਸਭ ਦੇਖ ਕੇ ਮਾਂ ਪਾਪਾ ਤੇ ਗੁੱਸਾ ਕਰਨ ਲੱਗ ਪਈ ਕਿ ਕੀ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਸਭ ਕੁਝ ਜਲਦਬਾਜ਼ੀ ਵਿੱਚ ਕਰ ਰਹੇ ਹੋ? ਤੁਸੀਂ ਸਿਰਫ ਇੱਕ ਮੁਲਾਕਾਤ ਹੀ ਕੀਤੀ ਆ, ਇਹ ਕਿੱਦਾਂ ਤੈਅ ਕਰ ਲਿਆ ਕਿ ਉਹ ਮੁੰਡਾ ਤੇ ਉਹਦਾ ਪਰਿਵਾਰ ਸਾਡੀ ਜੱਸੀ ਦੇ ਲਈ ਠੀਕ ਆ? ਪਾਪਾ ਨੇ ਕਿਹਾ ਕਿ ਮੈਨੂੰ ਤਾਂ ਕੁਝ ਵੀ ਖਰਾਬੀ ਨਹੀਂ ਨਜ਼ਰ ਆ ਰਹੀ। ਜੇ ਤੁਹਾਨੂੰ ਇਹ ਲੱਗਦਾ ਕਿ ਤੈਨੂੰ ਮੇਰੇ ਤੋਂ ਜ਼ਿਆਦਾ ਤਜਰਬਾ ਤੇ ਤੂੰ ਗਲਤ ਸੋਚ ਰਹੀ ਆ, ਮੇਰੀ ਗੱਲ ਦਾ ਵਿਸ਼ਵਾਸ ਕਰ। ਮੈਂ ਆਪਣੀਆਂ ਬੱਚੀਆਂ ਦਾ ਭਲਾ ਹੀ ਚਾਹੂੰਗਾ ਤੇ ਮੈਂ ਉਹਨਾਂ ਦਾ ਪਿਓ ਆ, ਇਸ ਲਈ ਤੂੰ ਬਿਲਕੁਲ ਵੀ ਫਿਕਰ ਨਾ ਕਰ ਤੇ ਖੁਸ਼ੀ-ਖੁਸ਼ੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ। ਇੱਧਰ ਮੈਂ ਤੇ ਦੀਦੀ ਨੇ ਅੰਗੇਜਮੈਂਟ ਦੀ ਸ਼ਾਪਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਸਾਰਾ ਇੰਤਜ਼ਾਮ ਹੋ ਗਿਆ ਸੀ। ਦੀਦੀ ਦੀ ਅੰਗੇਜਮੈਂਟ ਰਾਜਵੀਰ ਦੇ ਨਾਲ ਹੋ ਗਈ ਸੀ। ਸਾਰੇ ਪਾਰਟੀ ਵਿੱਚ ਇੱਕ ਦੂਸਰੇ ਨਾਲ ਮਿਲਣ ਵਿੱਚ ਬਿਜੀ ਸੀ ਤੇ ਬਹੁਤ ਹੀ ਖੁਸ਼ੀ ਦਾ ਮਾਹੌਲ ਸੀ। ਦੀਦੀ ਮੈਨੂੰ ਕਹਿਣ ਲੱਗੀ ਕਿ ਤੂੰ ਰਾਜਵੀਰ ਨੂੰ ਕਿਤੇ ਦੇਖਿਆ? ਮੈਂ ਕਿਹਾ ਨਹੀਂ, ਮੈਂ ਤਾਂ ਜੀਜੇ ਨੂੰ ਕਿਤੇ ਨਹੀਂ ਦੇਖਿਆ। ਮੈਂ ਕਿਹਾ ਤੂੰ ਇੰਨਾ ਪਰੇਸ਼ਾਨ ਕਿਉਂ ਹੋ ਰਹੀ ਆ? ਉਹ ਕਹਿਣ ਲੱਗੀ ਕਿ ਕਿਸੇ ਨੂੰ ਮਿਲਣ ਲਈ ਗਿਆ ਹੋਊਗਾ, ਤੁਸੀਂ ਫਿਕਰ ਨਾ ਕਰੋ, ਥੋੜੀ ਦੇਰ ਵਿੱਚ ਆ ਜਾਊਗਾ। ਦੀਦੀ ਕਹਿਣ ਲੱਗੀ ਪਰ ਮੈਂ ਉਹਨੂੰ ਬਹੁਤ ਦੇਰ ਤੋਂ ਲੱਭ ਰਹੀ ਹਾਂ, ਫੋਨ ਵੀ ਲਾ ਰਹੀ ਹਾਂ ਪਰ ਉਹਦਾ ਫੋਨ ਵੀ ਨਹੀਂ ਚੁੱਕ ਰਿਹਾ। ਹਜੇ ਅਸੀਂ ਦੋਵੇਂ ਗੱਲਾਂ ਹੀ ਕਰ ਰਹੇ ਸੀ ਕਿ ਮਾਂ ਕੋਲ ਆ ਕੇ ਕਹਿਣ ਲੱਗੀ, ਜੱਸੀ ਕੀ ਤੂੰ ਰਾਜਵੀਰ ਨੂੰ ਲੱਭ ਰਹੀ ਆ? ਦਰਅਸਲ ਮੈਂ ਉਹਨੂੰ ਉੱਪਰ ਵਾਲੇ ਕਮਰੇ ਵਿੱਚ ਜਾਂਦੇ ਹੋਏ ਦੇਖਿਆ ਸੀ, ਹੋ ਸਕਦਾ ਕਿਸੇ ਕੰਮ ਲਈ ਆਪਣੇ ਕਮਰੇ ਵਿੱਚ ਗਿਆ ਹੋਵੇ। ਸੌਂਦੇ ਹੀ ਦੀਦੀ ਫਟਾਫਟ ਰਾਜਵੀਰ ਨੂੰ ਮਿਲਣ ਦੇ ਲਈ ਉਹਦੇ ਕਮਰੇ ਵਿੱਚ ਚਲੀ ਗਈ। ਇੱਧਰ ਮੈਂ ਆਪਣੀਆਂ ਸਹੇਲੀਆਂ ਦੇ ਨਾਲ ਪਾਰਟੀ ਵਿੱਚ ਬਿਜੀ ਸੀ। ਹਜੇ 5 ਮਿੰਟ ਹੀ ਹੋਏ ਸੀ ਤਾਂ ਮੈਨੂੰ ਦੀਦੀ ਦੇ ਚੀਕਣ ਦੀ ਆਵਾਜ਼ ਆਈ, ਜਿਹਨੂੰ ਸੁਣਦੇ ਹੀ ਅਸੀਂ ਘਬਰਾ ਗਏ ਸੀ ਤੇ ਉੱਪਰ ਦੇਖਣ ਲੱਗ ਪਏ ਕਿ ਪਾਪਾ ਨੇ ਗੱਲ ਨੂੰ ਸੰਭਾਲਦੇ ਹੋਏ ਸਭ ਨੂੰ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ, ਜੱਸੀ ਡਰਪੋਕ ਜਿਹੀ ਆ, ਉਹ ਕਿਸੇ ਛਿਪਕਲੀ ਤੋਂ ਡਰ ਜਾਂਦੀ ਆ, ਇਦਾਂ ਹੀ ਰੌਲਾ ਪਾਉਂਦੀ ਆ। ਸਾਰੇ ਸੁਣ ਕੇ ਹੱਸਣ ਲੱਗ ਪਏ ਤੇ ਫਿਰ ਮਿਊਜ਼ਿਕ ਸਟਾਰਟ ਹੋ ਗਿਆ ਤੇ ਸਾਰੇ ਆਪਣੇ ਕੰਮਾਂ ਵਿੱਚ ਬਿਜੀ ਹੋ ਗਏ। ਮੈਂ, ਪਾਪਾ, ਮੰਮੀ ਤੇ ਮਾਮਾ ਕੋਠੇ ਤੇ ਗਏ ਤੇ ਜਦੋਂ ਉੱਥੇ ਗਏ ਤਾਂ ਦੀਦੀ ਬੇਹੋਸ਼ ਪਈ ਸੀ। ਅੰਦਰ ਕੁਝ ਹੋ ਰਹੀ ਸੀ ਜੋ ਦੇਖ ਕੇ ਮੇਰੀ ਰੂਹ ਕੰਬ ਗਈ। ਰਾਜਵੀਰ ਜੀਜਾ ਇੱਕ ਕੁੜੀ ਦੇ ਨਾਲ ਸੀ ਤੇ ਉਹਦੇ ਨਾਲ ਰੰਗ ਰਲੀਆਂ ਮਨਾ ਰਿਹਾ ਸੀ। ਉਹ ਬਿਲਕੁਲ ਵੀ ਦੇਖਣ ਦੇ ਕਾਬਿਲ ਨਹੀਂ ਸੀ। ਉਹ ਇਦਾਂ ਦੀ ਹਾਲਤ ਵਿੱਚ ਸੀ ਕਿ ਅਸੀਂ ਸਾਰੇ ਸ਼ਰਮ ਨਾਲ ਪਾਣੀ ਹੋ ਗਏ। ਮੈਂ ਫਟਾਫਟ ਉੱਥੋਂ ਪਿੱਛੇ ਹੋ ਕੇ ਦੀਦੀ ਨੂੰ ਚੁੱਕ ਕੇ ਸਾਈਡ ਤੇ ਬਿਠਾਇਆ। ਮੇਰੇ ਤੋਂ ਆਪਣੇ ਮਾਪਿਓ ਦੇ ਸਾਹਮਣੇ ਇਹ ਸਭ ਦੇਖਿਆ ਨਹੀਂ ਜਾ ਰਿਹਾ ਸੀ। ਉਸ ਕੁੜੀ ਨੇ ਫਟਾਫਟ ਆਪਣੇ ਆਪ ਨੂੰ ਚਾਦਰ ਨਾਲ ਢੱਕ ਲਿਆ ਤੇ ਇੱਕ ਪਾਸੇ ਖੜੀ ਹੋ ਗਈ। ਮਾਂ ਨੇ ਉਸ ਕੁੜੀ ਦੇ ਗਲ ਤੇ ਖਿੱਚ ਕੇ ਥੱਪੜ ਮਾਰਿਆ। ਪਾਪਾ ਨੇ ਜੀਜੇ ਨੂੰ ਚੁੱਕਿਆ ਪਰ ਉਹ ਤਾਂ ਉਸ ਵੇਲੇ ਨਸ਼ੇ ਵਿੱਚ ਸੀ। ਉਹਨੇ ਤਾਂ ਕਿਸੇ ਵੀ ਗੱਲ ਦਾ ਅਹਿਸਾਸ ਹੀ ਨਹੀਂ ਕੀਤਾ। ਉਹ ਇਹ ਸਭ ਕੁਝ ਕਰ ਰਿਹਾ ਸੀ। ਮਾਂ ਬੁਰੀ ਤਰ੍ਹਾਂ ਚੈੱਕ ਕਰਨ ਲੱਗ ਪਈ ਤੇ ਪਾਪਾ ਨੂੰ ਕਹਿਣ ਲੱਗੀ ਕਿ ਦੇਖਿਆ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਇਹ ਮੁੰਡਾ ਬੜਾ ਧੋਖੇਬਾਜ਼ ਆ, ਪਰ ਤੁਸੀਂ ਮੇਰੀ ਕਿਸੇ ਨੇ ਇੱਕ ਵੀ ਨਾ ਮੰਨੀ। ਹਰ ਕੋਈ ਆਪਣੇ ਆਪ ਨੂੰ ਬਹੁਤ ਵੱਡੀਆਂ ਗੱਲਾਂ ਕਰ ਰਿਹਾ ਸੀ। ਕੋਈ ਵੀ ਆਪਣੇ ਤਜਰਬੇ ਨੂੰ ਗਿਣਾ ਰਿਹਾ ਸੀ ਤੇ ਕੋਈ ਆਪਣੀ ਹੁਸ਼ਿਆਰੀ ਨੂੰ, ਪਰ ਮੇਰੀ ਇਸ ਘਰ ਵਿੱਚ ਕੋਈ ਸੁਣਦਾ ਹੀ ਨਹੀਂ। ਜੱਸੀ ਨੂੰ ਮੈਂ ਦੇਖਿਆ ਕਿ ਉਹ ਇਦਾਂ ਦੇ ਇਨਸਾਨ ਨੂੰ ਪਹਿਚਾਣਦੀ ਨਹੀਂ ਸਕਦੀ। ਇਸ ਲਈ ਮੈਂ ਵਾਰ-ਵਾਰ ਤੁਹਾਨੂੰ ਇਹ ਗੱਲ ਚੰਗੀ ਤਰ੍ਹਾਂ ਕਹਿ ਰਹੀ ਸੀ ਕਿ ਪਹਿਲਾਂ ਚੰਗੀ ਤਰ੍ਹਾਂ ਪੁੱਛ ਪੜਤਾਲ ਕਰ ਲਓ। ਮੈਂ ਜੱਸੀ ਦਾ ਰਿਸ਼ਤਾ ਕਰਨ ਦੀ ਗੱਲ ਕੀਤੀ ਸੀ। ਉਹ ਮੁੰਡਾ ਬਹੁਤ ਸੰਸਕਾਰੀ ਵੀ ਆ ਤੇ ਸਿਆਣਾ। ਉੱਥੇ ਹੀ ਦੋਨਾਂ ਧੀਆਂ ਦਾ ਵਿਆਹ ਕਰ ਦਿੱਤਾ ਜਾਂਦਾ ਤੇ ਕਿੰਨਾ ਵਧੀਆ ਹੁੰਦਾ। ਪਰ ਤੁਹਾਨੂੰ ਤਾਂ ਪਤਾ ਨਹੀਂ ਕੀ ਹੋਇਆ ਸੀ। ਮੰਮੀ ਲਗਾਤਾਰ ਬੋਲੀ ਜਾਂਦੀ ਸੀ। ਪਾਪਾ ਨੂੰ ਗੁੱਸਾ ਆ ਗਿਆ। ਉਹ ਕਹਿਣ ਲੱਗਿਆ ਕਿ ਤੂੰ ਥੋੜੀ ਦੇਰ ਚੁੱਪ ਰਹਿ ਸਕਦੀ ਹੈ। ਅਜੇ ਮੈਂ ਜਿੰਨਾ ਹਾਲਾਤਾਂ ਵਿੱਚ ਆ ਉੱਥੇ ਸਾਰੀਆਂ ਗੱਲਾਂ ਕਰਨੀਆਂ, ਤੈਨੂੰ ਤਾਨੇ ਦੇਣਾ ਤੇਰੇ ਲਈ ਇੰਨਾ ਜ਼ਰੂਰੀ। ਘੱਟੋ ਘੱਟ ਹੁਣ ਤਾਂ ਤੂੰ ਚੁੱਪ ਕਰ ਜਾ। ਜਿਹੜੀ ਪ੍ਰੋਬਲਮ ਵਿੱਚ ਆ ਉਹਨੂੰ ਪਹਿਲਾਂ ਸੰਭਾਲ ਲਈਏ। ਘਰ ਜਾ ਕੇ ਜੋ ਵੀ ਕੁਝ ਕਹਿਣਾ ਹੋਊਗਾ ਕਹਿ ਲਵੀਂ। ਪਾਪਾ ਨੇ ਰਾਜਵੀਰ ਤੇ ਕਾਫੀ ਛਿੱਟੇ ਮਾਰੇ ਪਰ ਉਸ ਨੂੰ ਹੋਸ਼ ਆਉਣ ਦਾ ਨਾਮ ਹੀ ਨਹੀਂ ਸੀ ਲੈ ਰਹੀ। ਉਹ ਹਜੇ ਬਿਸਤਰੇ ਤੇ ਬੈਠੇ ਝੂਲ ਰਿਹਾ ਸੀ। ਉਹਦੀਆਂ ਅੱਖਾਂ ਵੀ ਨਹੀਂ ਖੁੱਲ ਰਹੀਆਂ ਸੀ। ਮੰਮੀ ਨੇ ਫਟਾਫਟ ਕੁੜੀ ਨੂੰ ਪੁੱਛਿਆ ਕਿ ਤੂੰ ਕੌਣ ਆ? ਉਹ ਕੁੜੀ ਕਹਿਣ ਲੱਗੀ, ਮੈਂ ਤਾਂ ਰਾਜਵੀਰ ਦੀ ਸਹੇਲੀ ਆ ਤੇ ਰਾਜਵੀਰ ਨੇ ਹੀ ਮੈਨੂੰ ਮਿਲਣ ਲਈ ਬੁਲਾਇਆ ਸੀ। ਉਹਨੇ ਕਿਹਾ ਸੀ ਕਿ ਜਦੋਂ ਤੋਂ ਮੈਂ ਬਾਹਰ ਆਇਆ ਤੇਰੇ ਲਈ ਤਰਸਿਆ ਪਿਆ, ਇਸ ਲਈ ਅਸੀਂ ਇੱਕ ਦੂਸਰੇ ਨੂੰ ਰੋਕ ਨਹੀਂ ਸਕੇ ਤੇ ਇੱਥੇ ਮਿਲਣ ਲਈ ਆ ਗਏ।
ਮੰਮੀ ਨੇ ਇੱਕ ਵਾਰ ਫਿਰ ਉਸ ਕੁੜੀ ਦੇ ਥੱਪੜ ਮਾਰੇ ਤੇ ਕਿਹਾ, ਤੈਨੂੰ ਸ਼ਰਮ ਨਹੀਂ ਆਉਂਦੀ, ਤੂੰ ਮੇਰੀ ਧੀ ਦਾ ਘਰ ਉਜਾੜ ਦਿੱਤਾ। ਇਸ ਗੱਲ ਤੇ ਕੁੜੀ ਹੱਸਣ ਲੱਗ ਪਈ ਤੇ ਕਹਿਣ ਲੱਗੀ, ਤੁਸੀਂ ਤਾਂ ਆਪ ਹੀ ਬੇਵਕੂਫ ਹੋ ਜੋ ਆਪਣੀ ਧੀ ਦਾ ਵਿਆਹ ਇਸ ਦੇ ਨਾਲ ਕਰਨ ਬਾਰੇ ਸੋਚ ਰਹੇ ਹੋ। ਇਹ ਤਾਂ ਫੁੱਲਾਂ ਤੇ ਬਹਿਣ ਵਾਲਾ ਭਵਰਾ, ਇਹਦਾ ਤਾਂ ਕੋਈ ਥਾਂ ਟਿਕਾਣਾ ਹੀ ਨਹੀਂ। ਇਹਨਾਂ ਕਹਿੰਦੇ ਕੁੜੀ ਬਾਥਰੂਮ ਵਿੱਚ ਗਈ ਤੇ ਕੱਪੜੇ ਬਦਲ ਕੇ ਫਟਾਫਟ ਆਪਣਾ ਸਮਾਨ ਲੈ ਕੇ ਚਲੀ ਗਈ। ਅਸੀਂ ਸਾਰੇ ਉਹਨੂੰ ਦੇਖਦੇ ਰਹਿ ਗਏ ਸੀ। ਅਚਾਨਕ ਕਿ ਇਹ ਸਭ ਕੁਝ ਕਿੱਦਾਂ ਹੋ ਗਿਆ, ਕਿਸੇ ਨੂੰ ਕੁਝ ਸਮਝ ਹੀ ਨਹੀਂ ਆ ਰਹੀ ਸੀ। ਪਾਪਾ ਨੇ ਤਾਂ ਆਪਣਾ ਸਿਰ ਫੜ ਲਿਆ ਸੀ। ਮੰਮੀ ਪਾਪਾ ਨੂੰ ਕਹਿਣ ਲੱਗੀ ਕਿ ਇੱਥੇ ਹੀ ਸਾਰੀ ਰਾਤ ਬਿਤਾਉਣੀ ਆ, ਚੁੱਪ ਕਰਕੇ ਘਰ ਚੱਲੋ। ਉਸ ਤੋਂ ਬਾਅਦ ਪਾਪਾ ਨੇ ਬਾਹਰ ਜਾ ਕੇ ਸਾਰਿਆਂ ਨੂੰ ਅਨਾਉਂਸ ਕਰ ਦਿੱਤਾ ਕਿ ਜੱਸੀ ਦੀ ਸਿਹਤ ਥੋੜੀ ਖਰਾਬ ਹੋ ਗਈ ਆ, ਇਸ ਲਈ ਪਾਰਟੀ ਇੱਥੇ ਹੀ ਖਤਮ ਹੁੰਦੀ ਆ। ਉਸ ਤੋਂ ਬਾਅਦ ਸਾਰੇ ਰਿਸ਼ਤੇਦਾਰ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਮੈਨੂੰ ਜੱਸੀ ਦੀਦੀ ਦੇ ਲਈ ਬਹੁਤ ਬੁਰਾ ਲੱਗ ਰਿਹਾ ਸੀ। ਉਹ ਰਾਜਵੀਰ ਨੂੰ ਬਹੁਤ ਪਿਆਰ ਕਰਦੀ ਸੀ, ਪਰ ਉਹਨੇ ਉਹਨੂੰ ਧੋਖਾ ਦੇ ਕੇ ਬਿਲਕੁਲ ਵੀ ਚੰਗਾ ਨਹੀਂ ਕੀਤਾ ਸੀ। ਤੇ ਰਾਜਵੀਰ ਦੇ ਘਰ ਤੇ ਉਹਦੀ ਹਾਲਤ ਦੇਖੀ ਤਾਂ ਉਹਨੂੰ ਯਕੀਨ ਨਹੀਂ ਹੁੰਦਾ ਸੀ ਕਿ ਉਹ ਉਹਨਾਂ ਦਾ ਮੁੰਡਾ ਇਦਾਂ ਦੀ ਹਰਕਤ ਕਰ ਸਕਦਾ। ਪਾਪਾ ਨੂੰ ਸਮਝਾਉਣ ਲੱਗੇ ਕਿ ਉਹਨਾਂ ਦਾ ਮੁੰਡਾ ਇਦਾਂ ਦਾ ਨਹੀਂ ਆ, ਪਰ ਪਾਪਾ ਨੇ ਕਿਹਾ ਕਿ ਅਸੀਂ ਤੁਹਾਡਾ ਝੂਠ ਫੜ ਲਿਆ, ਤੁਸੀਂ ਸਾਡੇ ਤੋਂ ਜੋ ਚਾਹੁੰਦੇ ਹੋ ਉਹ ਮੈਂ ਨਹੀਂ ਕਰ ਸਕਦਾ। ਮੈਂ ਜਿੰਦਾ ਮੱਖੀ ਕਿੱਦਾਂ ਖਾ ਲਵਾਂ? ਮੈਂ ਆਪਣੇ ਬੱਚੀ ਨੂੰ ਬਹੁਤ ਪਿਆਰ ਕਰਦਾ, ਮੈਂ ਉਹਨਾਂ ਨੂੰ ਇਦਾਂ ਦੇ ਮੁੰਡੇ ਨਾਲ ਨਹੀਂ ਬੰਨ੍ਹ ਸਕਦਾ ਜਿਹਨੂੰ ਆਏ ਦਿਨ ਨਵੀਂ ਕੁੜੀ ਚਾਹੀਦੀ ਹੋਵੇ। ਇਹਨਾਂ ਕਹਿ ਕੇ ਅਸੀਂ ਸਾਰੇ ਆਪਣੇ ਘਰ ਵਾਪਸ ਆ ਗਏ। ਦੀਦੀ ਨੂੰ ਹਜੇ ਤੱਕ ਹੋਸ਼ ਨਹੀਂ ਆਈ ਸੀ। ਡਾਕਟਰ ਨੇ ਜਦੋਂ ਦੀਦੀ ਨੂੰ ਚੈੱਕ ਕੀਤਾ ਤਾਂ ਉਹਨੇ ਕਿਹਾ ਕਿ ਇਹਨੂੰ ਕੁਝ ਇੰਜੈਕਸ਼ਨ ਦਿੱਤਾ ਹੋਇਆ ਵਾ, ਇਸ ਸਦਮੇ ਦੀ ਵਜ੍ਹਾ ਕਰਕੇ ਬੇਹੋਸ਼ ਹੋ ਗਈ ਆ। ਪਰ ਫਿਕਰ ਦੀ ਕੋਈ ਗੱਲ ਨਹੀਂ, ਥੋੜੀ ਦੇਰ ਬਾਅਦ ਇਹਨੂੰ ਹੋਸ਼ ਆ ਜਾਊਗਾ। ਡਾਕਟਰ ਦੇ ਚਲੇ ਜਾਣ ਤੋਂ ਬਾਅਦ ਕੁਝ ਦੇਰ ਬਾਅਦ ਦੀਦੀ ਨੂੰ ਹੋਸ਼ ਆਈ ਤੇ ਉਹ ਰਾਜਵੀਰ ਨੂੰ ਬੁਲਾਉਣ ਲੱਗ ਪਈ। ਉਸ ਦੇ ਬਾਅਦ ਪਾਪਾ ਨੇ ਉਹਨੂੰ ਇੱਕ ਵਾਰ ਸਭ ਕੁਝ ਦੱਸਿਆ ਤਾਂ ਉਹਨੇ ਕਿਹਾ ਕਿ ਹੁਣ ਉਹਦਾ ਰਿਸ਼ਤਾ ਰਾਜਵੀਰ ਦੇ ਨਾਲ ਨਹੀਂ ਹੋ ਸਕਦਾ। ਇਹ ਸੁਣ ਕੇ ਦੀਦੀ ਰੋਣ ਲੱਗ ਪਈ। ਉਹ ਕਹਿਣ ਲੱਗੀ ਕਿ ਮੇਰਾ ਰਾਜਵੀਰ ਇਦਾਂ ਦਾ ਨਹੀਂ ਹੋ ਸਕਦਾ। ਮਾਂ ਨੇ ਉਹਨੂੰ ਕਿਹਾ ਕਿ ਸਭ ਕੁਝ ਅਸੀਂ ਆਪਣੀਆਂ ਅੱਖਾਂ ਦੇ ਨਾਲ ਦੇਖਣ ਤੋਂ ਬਾਅਦ ਇਸ ਤਰ੍ਹਾਂ ਦੀ ਗੱਲ ਕਰ ਰਹੇ ਹਾਂ, ਤੂੰ ਇਦਾਂ ਕਿਸ ਤਰ੍ਹਾਂ ਬੇਵਕੂਫ ਬਣ ਸਕਦੀ ਹੈ। ਇਸ ਤੋਂ ਬਾਅਦ ਰਿਸ਼ਤਾ ਟੁੱਟ ਗਿਆ ਤੇ ਦੀਦੀ ਬਹੁਤ ਉਦਾਸ ਰਹਿਣ ਲੱਗ ਪਈ। ਹਰ ਵੇਲੇ ਚੁੱਪ ਰਹਿੰਦੀ ਸੀ ਤੇ ਦੀਦੀ ਦੀ ਹਾਲਤ ਦੇਖ ਕੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੀ ਸੀ। ਇੱਧਰ ਮਾਂ ਜਿਸ ਘਰ ਵਿੱਚ ਦੀਦੀ ਤੇ ਮੇਰਾ ਰਿਸ਼ਤਾ ਕਰਵਾਉਣਾ ਚਾਹੁੰਦੀ ਸੀ, ਉੱਥੋਂ ਦੇ ਲਈ ਉਹਨੇ ਪਾਪਾ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਪਾਪਾ ਨੇ ਉਹਨਾਂ ਨੂੰ ਕਿਹਾ ਕਿ ਆਖਰ ਇੰਨੀ ਜਲਦਬਾਜ਼ੀ ਵੀ ਕੀ ਆ, ਹਜੇ ਤਾਂ ਜੱਸੀ ਰਾਜਵੀਰ ਦੇ ਦੁੱਖ ਵਿੱਚ ਹੀ ਰਹਿੰਦੀ ਆ ਤੇ ਇਸ ਦੁੱਖ ਵਿੱਚੋਂ ਨਿਕਲਣ ਨੂੰ ਉਹਨੂੰ ਥੋੜਾ ਸਮਾਂ ਲੱਗੂਗਾ, ਇਸ ਲਈ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਉਹਦਾ ਵਿਆਹ ਕਰ ਦੇਣਾ ਚਾਹੀਦਾ। ਪਰ ਮਾਂ ਦਾ ਕਹਿਣਾ ਸੀ ਕਿ ਜੇ ਅਸੀਂ ਜੱਸੀ ਦਾ ਵਿਆਹ ਕਰ ਦਿੰਦੇ ਹਾਂ ਤਾਂ ਉਹਦੀ ਗੱਲਬਾਤ ਉਸ ਮੁੰਡੇ ਨਾਲ ਸ਼ੁਰੂ ਹੋ ਜਾਊਗੀ, ਉਹਦਾ ਦਿਲ ਹੋਰ ਪਾਸੇ ਲੱਗ ਜਾਊਗਾ, ਜਿਹਦੇ ਨਾਲ ਹੌਲੀ ਹੌਲੀ ਰਾਜਵੀਰ ਨੂੰ ਉਹ ਭੁੱਲ ਜਾਊਗੀ। ਮੈਨੂੰ ਵੀ ਮਾਂ ਦੀ ਗੱਲ ਸਹੀ ਲੱਗੀ, ਕਿਉਂਕਿ ਦੀਦੀ ਦਾ ਇਸ ਵਕਤ ਧਿਆਨ ਭਟਕਾਉਣਾ ਬਹੁਤ ਜ਼ਰੂਰੀ ਸੀ। ਉਹ ਜਿੰਨੀ ਵੇਲੇ ਰਹੂਗੀ ਓਨਾ ਹੀ ਉਹ ਰਾਜਵੀਰ ਬਾਰੇ ਸੋਚਦੀ ਰਹੂਗੀ। ਇੱਕ ਦਿਨ ਜਦੋਂ ਮੈਂ ਆਪਣੀ ਸਹੇਲੀ ਨੂੰ ਮਿਲਣ ਦੇ ਲਈ ਬਾਹਰ ਗਈ ਤਾਂ ਜਦੋਂ ਮੈਂ ਉੱਥੋਂ ਆ ਰਹੀ ਸੀ ਤਾਂ ਮੈਨੂੰ ਰਸਤੇ ਵਿੱਚ ਰਾਜਵੀਰ ਨੇ ਰੋਕ ਲਿਆ। ਮੈਨੂੰ ਕਹਿਣ ਲੱਗਾ, ਕਮਲ ਮੇਰੀ ਗੱਲ ਦਾ ਯਕੀਨ ਕਰ, ਮੈਨੂੰ ਫਸਾਇਆ ਗਿਆ ਸੀ, ਮੈਂ ਉਸ ਕੁੜੀ ਨੂੰ ਜਾਣਦਾ ਤੱਕ ਨਹੀਂ, ਪਰ ਜੱਸੀ ਮੇਰੀ ਗੱਲ ਦਾ ਵਿਸ਼ਵਾਸ ਨਹੀਂ ਕਰ ਰਹੀ। ਮੈਂ ਉਹਨੂੰ ਪਤਾ ਨਹੀਂ ਕਿੰਨੀ ਵਾਰ ਫੋਨ ਕੀਤਾ, ਉਹ ਨਾ ਮੈਨੂੰ ਮਿਲਣਾ ਚਾਹੁੰਦੀ ਹੈ ਤੇ ਨਾ ਹੀ ਮੇਰੇ ਨਾਲ ਗੱਲ ਕਰਦੀ ਆ। ਘੱਟੋ ਘੱਟ ਤੂੰ ਮੇਰੀ ਗੱਲ ਮੰਨ ਲੈ। ਮੈਂ ਉਹਨੂੰ ਕਿਹਾ ਕਿ ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ, ਕਿਉਂਕਿ ਮੈਨੂੰ ਤੇਰੇ ਤੋਂ ਨਫ਼ਰਤ ਹੋ ਗਈ ਆ। ਤੂੰ ਮੇਰੀ ਭੈਣ ਦਾ ਦਿਲ ਤੋੜ ਦਿੱਤਾ, ਮੈਂ ਤੈਨੂੰ ਕਦੀ ਵੀ ਮਾਫ਼ ਨਹੀਂ ਕਰੂੰਗੀ। ਪਰ ਰਾਜਵੀਰ ਮੇਰੇ ਸਾਹਮਣੇ ਹੱਥ ਜੋੜ ਕੇ ਰੋਣ ਲੱਗਾ ਤੇ ਉਹ ਕਹਿਣ ਲੱਗਾ ਕਿ ਮੇਰੀ ਆਖਰੀ ਉਮੀਦ ਸਿਰਫ ਤੂੰ ਹੀ ਆ, ਕਿਉਂਕਿ ਤੇਰੇ ਘਰ ਵਿੱਚ ਕੋਈ ਵੀ ਮੇਰੀ ਗੱਲ ਸੁਣਨ ਨੂੰ ਤਿਆਰ ਨਹੀਂ ਆ। ਮੇਰੀ ਗੱਲ ਦਾ ਵਿਸ਼ਵਾਸ ਕਰ, ਮੈਂ ਤੇਰੀ ਭੈਣ ਦੇ ਸਿਵਾਏ ਕਿਸੇ ਵੱਲ ਦੇਖਿਆ ਤੱਕ ਨਹੀਂ। ਰਾਜਵੀਰ ਦੇ ਹੰਝੂਆਂ ਨੂੰ ਦੇਖ ਕੇ ਪਤਾ ਨਹੀਂ ਮੇਰਾ ਦਿਲ ਕਰਦਾ ਸੀ ਕਿ ਮੈਂ ਉਹਦੀ ਗੱਲ ਤੇ ਵਿਸ਼ਵਾਸ ਕਰਾਂ, ਪਰ ਜੋ ਕੁਝ ਮੈਂ ਆਪਣੇ ਅੱਖਾਂ ਨਾਲ ਦੇਖਿਆ ਸੀ ਉਹਨੂੰ ਕਿੱਦਾਂ ਮਨਾ ਕਰ ਸਕਦੀ ਸੀ। ਮੈਂ ਉਹਨੂੰ ਕੁਝ ਨਹੀਂ ਕਿਹਾ ਤੇ ਚੁੱਪਚਾਪ ਘਰ ਆ ਗਈ। ਪਰ ਮੇਰੇ ਦਿਮਾਗ ਵਿੱਚ ਜ਼ਿਆਦਾ ਕੁਝ ਉਲਝਿਆ ਹੋਇਆ ਸੀ। ਆਖਰ ਇਹ ਸਭ ਕੀ ਹੋ ਰਿਹਾ ਸੀ? ਰਾਤ ਨੂੰ ਮੈਨੂੰ ਨੀਂਦ ਨਹੀਂ ਆ ਰਹੀ ਸੀ। ਵਾਰ-ਵਾਰ ਮੇਰੇ ਦਿਮਾਗ ਵਿੱਚ ਰਾਜਵੀਰ ਦੀ ਗੱਲ ਆਖ ਰਹੀ ਸੀ। ਮੈਂ ਖਿੜਕੀ ਦੇ ਕੋਲ ਖੜੀ ਹੋ ਗਈ, ਇਹੀ ਸੋਚ ਰਹੀ ਸੀ ਕਿ ਸਾਹਮਣੇ ਜੋ ਨਜ਼ਾਰਾ ਮੈਂ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ। ਉਸ ਦਿਨ ਰਾਜਵੀਰ ਦੇ ਨਾਲ ਕਮਰੇ ਵਿੱਚ ਜੋ ਕੁੜੀ ਫੜੀ ਗਈ ਸੀ ਉਹ ਇਸ ਵੇਲੇ ਮੇਰੇ ਘਰ ਦੇ ਗੇਟ ਤੇ ਖੜੀ ਸੀ ਤੇ ਉੱਥੇ ਕੀ ਕਰ ਰਹੀ ਸੀ, ਇਹ ਦੇਖ ਕੇ ਤਾਂ ਮੈਂ ਹੈਰਾਨ ਹੋ ਗਈ। ਪਹਿਲਾਂ ਮੈਂ ਫਟਾਫਟ ਗੇਟ ਤੱਕ ਪਹੁੰਚੀ ਤਾਂ ਕਿ ਮੈਂ ਕਿਸੇ ਨੂੰ ਉਹਦੇ ਵੱਲ ਅੱਗੇ ਵਧਦੇ ਹੋਏ ਦੇਖਿਆ। ਜਦੋਂ ਮੇਰਾ ਧਿਆਨ ਨਾਲ ਮੈਂ ਦੇਖਿਆ ਤਾਂ ਉਹ ਕੋਈ ਹੋਰ ਨਹੀਂ, ਮੇਰੀ ਮੰਮੀ ਸੀ। ਮੰਮੀ ਨੇ ਉਹਦੇ ਹੱਥ ਵਿੱਚ ਵੱਡਾ ਸਾਰਾ ਪੈਕਟ ਫੜਾਇਆ
ਤੇ ਉਸ ਤੋਂ ਬਾਅਦ ਉਹ ਦੋਨੇ ਉੱਥੋਂ ਗਾਇਬ ਹੋ ਗਈਆਂ। ਮੈਂ ਫਟਾਫਟ ਥੱਲੇ ਉਤਰ ਕੇ ਨੀਚੇ ਵਾਲੇ ਹਾਲ ਵਿੱਚ ਆਈ ਤਾਂ ਮਾਂ ਦੇ ਕਮਰੇ 'ਚੋਂ ਜਾਣ ਦਾ ਇੰਤਜ਼ਾਰ ਕਰਦੀ ਸੀ। ਜਿੱਦਾਂ ਹੀ ਮਾਂ ਆਪਣੇ ਕਮਰੇ ਵਿੱਚ ਗਈ, ਮੈਂ ਫਟਾਫਟ ਭੱਜ ਕੇ ਬਾਹਰ ਆ ਗਈ। ਮੈਂ ਆਪਣੀ ਕਾਰ ਕੱਢੀ ਤੇ ਉਸ ਕੁੜੀ ਦਾ ਪਿੱਛਾ ਕਰਨ ਲੱਗ ਪਈ। ਅੱਗੇ ਜਾ ਕੇ ਮੈਂ ਜਿੱਦਾਂ ਹੀ ਉਸ ਕੁੜੀ ਨੂੰ ਫੜ ਲਿਆ, ਪਹਿਲਾਂ ਉਹ ਕੁੜੀ ਮੈਨੂੰ ਦੱਸਣ ਨੂੰ ਤਿਆਰ ਨਹੀਂ ਸੀ। ਫਿਰ ਉਹ ਮੇਰੇ ਘਰ ਕੀ ਕਰ ਰਹੀ ਹੈ ਮੈਂ ਉਸ ਨੂੰ ਪੁੱਛਿਆ, ਪਰ ਜਦੋਂ ਮੈਂ ਉਹਨੂੰ ਕਾਫੀ ਪੈਸਿਆਂ ਦਾ ਲਾਲਚ ਦਿੱਤਾ, ਉਹ ਮੇਰੇ ਅੱਗੇ ਮੂੰਹ ਖੋਲ੍ਹਣ ਲਈ ਤਿਆਰ ਹੋ ਗਈ। ਉਸ ਤੋਂ ਬਾਅਦ ਉਹਨੇ ਮੈਨੂੰ ਜੋ ਕੁਝ ਦੱਸਿਆ, ਮੇਰੇ ਹੋਸ਼ ਹੀ ਉੱਡ ਗਏ ਸੀ। ਉਹਨੇ ਕਿਹਾ ਕਿ ਇਹ ਸਭ ਕੁਝ ਕਰਨ ਲਈ ਮੈਨੂੰ ਤੇਰੀ ਮਾਂ ਨੇ ਪੈਸੇ ਦਿੱਤੇ ਸੀ ਤਾਂ ਕਿ ਜੱਸੀ ਦੀਦੀ ਦਾ ਤੇ ਰਾਜਵੀਰ ਜੀਜੂ ਦਾ ਵਿਆਹ ਟੁੱਟ ਜਾਵੇ। ਇਸ ਤੋਂ ਬਾਅਦ ਮੈਂ ਉਹਦਾ ਮੂੰਹ ਬੰਦ ਰੱਖਣ ਲਈ ਉਹਨੂੰ ਪੈਸੇ ਦਿੱਤੇ ਤੇ ਘਰ ਆ ਗਈ। ਪਰ ਜਦੋਂ ਮੇਰੇ ਦਿਮਾਗ ਵਿੱਚ ਹੋਰ ਵੀ ਜ਼ਿਆਦਾ ਅੱਜ ਸਵਾਲ ਪੈਦਾ ਹੋਣ ਲੱਗ ਪਏ ਕਿ ਆਖਰ ਮਾਂ ਜੱਸੀ ਦੀਦੀ ਦੀ ਜ਼ਿੰਦਗੀ ਬਰਬਾਦ ਕਿਉਂ ਕਰ ਰਹੀ ਆ, ਸਿਰਫ ਆਪਣੀ ਹੀ ਜਿੱਦ ਦਾ ਕਰਕੇ। ਉਹ ਆਪਣੀ ਪਸੰਦ ਦੇ ਮੁੰਡੇ ਨਾਲ ਦੀਦੀ ਤੇ ਮੇਰਾ ਵਿਆਹ ਕਰਵਾਉਣਾ ਚਾਹੁੰਦੀ ਸੀ। ਤੇ ਕੋਈ ਮਾਂ ਵੀ ਇਦਾਂ ਦੀ ਹੋ ਸਕਦੀ ਹੈ ਜੋ ਆਪਣੀ ਧੀ ਦਾ ਦਿਲ ਤੋੜ ਕੇ ਇਦਾਂ ਦੇ ਕੰਮ ਕਰੇ। ਮੈਨੂੰ ਵੀ ਯਕੀਨ ਨਹੀਂ ਹੋ ਰਿਹਾ ਸੀ ਮੇਰੀ ਮਾਂ ਇਦਾਂ ਦੀ ਸੀ ਕਿ ਰਾਜਵੀਰ ਬਿਲਕੁਲ ਠੀਕ ਕਹਿ ਰਿਹਾ ਸੀ। ਪਹਿਲਾਂ ਮੈਂ ਸੋਚਿਆ ਕਿ ਪਾਪਾ ਨਾਲ ਇਸ ਬਾਰੇ ਗੱਲ ਕਰਾਂ ਤੇ ਸਭ ਕੁਝ ਸੱਚ ਦੱਸ ਦੇਵਾਂ, ਪਰ ਕਿਉਂਕਿ ਮੇਰੇ ਕੋਲ ਫਿਲਹਾਲ ਕੋਈ ਹੁਣ ਸਬੂਤ ਨਹੀਂ ਸੀ, ਤੇ ਦੂਸਰਾ ਮੈਂ ਆਪਣੀ ਮਾਂ ਦੇ ਨਾਲ ਇਦਾਂ ਕਰਨਾ ਮੈਨੂੰ ਬਿਲਕੁਲ ਵੀ ਠੀਕ ਨਹੀਂ ਲੱਗਿਆ। ਮੈਂ ਬਹੁਤ ਹੀ ਝੰਜਟ ਵਿੱਚ ਫਸ ਗਈ ਸੀ। ਮੈਨੂੰ ਇੱਕ ਪਾਸੇ ਮੇਰੀ ਭੈਣ ਸੀ ਤੇ ਦੂਸਰੇ ਪਾਸੇ ਮੇਰੀ ਮਾਂ ਸੀ। 2 ਹਫ਼ਤੇ ਤੋਂ ਬਾਅਦ ਮਾਂ ਨੇ ਆਪਣੀ ਜਿੱਦ ਤੇ ਉਸ ਮੁੰਡੇ ਨਾਲ ਸਾਨੂੰ ਵਿਆਹੁਣਾ ਚਾਹੁੰਦੀ ਸੀ। ਉਹਦੇ ਨਾਲ ਦੀਦੀ ਦੀ ਮੰਗਣੀ ਕਰਵਾ ਦਿੱਤੀ। ਉਹਦਾ ਵੱਸ ਚੱਲਦਾ ਤੇ ਉਸ ਛੋਟੇ ਮੁੰਡੇ ਦੇ ਛੋਟੇ ਭਰਾ ਦੇ ਨਾਲ ਮੇਰਾ ਵੀ ਮੰਗਣੀ ਕਰ ਦਿੰਦੀ। ਪਰ ਕਿਉਂਕਿ ਮੈਂ ਪਹਿਲਾਂ ਹੀ ਪਾਪਾ ਨੂੰ ਕਹਿ ਦਿੱਤਾ ਸੀ ਕਿ ਮੈਂ 3 ਸਾਲ ਤੋਂ ਪਹਿਲਾਂ ਹਜੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ, ਉਸ ਵੇਲੇ ਮਾਂ ਦੀ ਮੇਰੇ ਤੇ ਇੱਕ ਨਾ ਚੱਲੀ ਤੇ ਉਹਨੇ ਮੈਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਮੈਂ ਸਾਫ਼ ਮਨਾ ਕਰ ਦਿੱਤਾ। ਮੈਨੂੰ ਮਾਂ ਦੀਆਂ ਗੱਲਾਂ ਤੋਂ ਪਤਾ ਨਹੀਂ ਕਿਉਂ ਇੱਕ ਅਜੀਬ ਜਿਹੀ ਸਾਜ਼ਿਸ਼ ਲੱਗ ਰਹੀ ਸੀ, ਪਰ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮਾਂ ਸਾਨੂੰ ਦੋਨਾਂ ਨੂੰ ਵਿਆਹ ਕੇ ਇਸ ਘਰ ਵਿੱਚੋਂ ਕਿਉਂ ਭੇਜਣਾ ਚਾਹੁੰਦੀ ਸੀ ਤੇ ਸਾਨੂੰ ਕਿਉਂ ਪ੍ਰੈਸ਼ਰ ਪਾ ਰਹੀ ਸੀ। ਮੈਂ ਮਾਂ ਦੇ ਦਿਮਾਗ ਵਿੱਚ ਇੱਕ ਯੁੱਧ ਚੱਲ ਰਿਹਾ ਸੀ ਤੇ ਉਹ ਗੱਲਾਂ ਮੇਰੇ ਦਿਮਾਗ ਵਿੱਚ ਵੀ ਆ ਰਹੀਆਂ ਸੀ, ਪਰ ਮੈਂ ਉਹਨਾਂ ਨੂੰ ਸੋਚਣਾ ਨਹੀਂ ਚਾਹੁੰਦੀ ਸੀ। ਫਿਰ ਇੱਕ ਦਿਨ ਮੇਰੇ ਬੁਆਏਫ੍ਰੈਂਡ ਦਾ ਮੈਨੂੰ ਫੋਨ ਆਇਆ। ਉਸੇ ਵਕਤ ਦੀਦੀ ਗੂੜੀ ਨੀਂਦ ਵਿੱਚ ਸੁੱਤੀ ਹੋਈ ਸੀ ਤੇ ਨੈਟਵਰਕ ਨਹੀਂ ਆਉਣ ਦਾ ਕਰਕੇ ਮੈਂ ਕੋਠੇ ਤੇ ਚਲੀ ਗਈ ਤੇ ਛੱਤ ਤੇ ਬਣੇ ਸਟੋਰ ਰੂਮ ਵਿੱਚ ਜਾ ਕੇ ਨਜ਼ਾਰਾ ਦੇਖਿਆ ਤਾਂ ਮੇਰੀ ਦੁਨੀਆ ਹੀ ਪਲਟ ਗਈ। ਉਸੇ ਵੇਲੇ ਮੈਂ ਮਾਂ ਤੇ ਮਾਮੇ ਨੂੰ ਇਕੱਠਿਆਂ ਇਸ ਤਰ੍ਹਾਂ ਦੇਖਿਆ ਤਾਂ ਜੋ ਕੋਈ ਬੱਚਾ ਵੀ ਆਪਣੀ ਜ਼ਿੰਦਗੀ ਵਿੱਚ ਸੋਚ ਨਹੀਂ ਸਕਦਾ। ਮੇਰੀਆਂ ਅੱਖਾਂ ਵਿੱਚੋਂ ਹੰਝੂ ਆਉਣ ਲੱਗ ਪਏ। ਮੇਰੀ ਮਾਂ ਮੇਰੇ ਪਾਪਾ ਨੂੰ ਧੋਖਾ ਦੇ ਰਹੀ ਸੀ, ਇੰਨਾ ਘਟੀਆ ਕੰਮ ਕਰ ਰਹੀ ਸੀ। ਆਖਰ ਕਿੱਦਾਂ ਕਿਵੇਂ ਹੋ ਸਕਦਾ ਸੀ? ਹੁਣ ਤਾਂ ਮੇਰੀ ਦੁਨੀਆ ਹੀ ਪਲਟ ਗਈ ਸੀ। ਉਹਦੀ ਜੋ ਹਰਕਤ ਸੀ ਉਹਨੂੰ ਦੇਖਣ ਦੀ ਹਿੰਮਤ ਮੇਰੇ ਵਿੱਚ ਨਹੀਂ ਸੀ। ਇਸ ਲਈ ਮੈਂ ਫਟਾਫਟ ਥੱਲੇ ਵਾਲੇ ਕਮਰੇ ਵਿੱਚ ਆਈ, ਪਰ ਸਾਰੀ ਰਾਤ ਲਗਾਤਾਰ ਰੋਂਦੀ ਰਹੀ, ਜਿਸ ਵਜ੍ਹਾ ਨਾਲ ਸਵੇਰ ਨੂੰ ਮੇਰੀ ਅੱਖਾਂ ਸੁੱਜੀਆਂ ਹੋਈਆਂ ਸੀ ਤੇ ਹਰ ਕੋਈ ਮੈਨੂੰ ਪੁੱਛਦਾ ਸੀ ਕਿ ਮੇਰੀ ਸਿਹਤ ਨੂੰ ਕੀ ਹੋਇਆ, ਪਰ ਮੈਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੀ ਸੀ। ਪਰ ਮੈਂ ਆਪਣਾ ਫੈਸਲਾ ਕਰ ਲਿਆ ਸੀ, ਮੈਂ ਮਾਂ ਦਾ ਭਾਂਡਾ ਫੋੜ ਕੇ ਹੀ ਰਹੂੰਗੀ। ਮੈਂ ਤਾਂ ਆਪਣੀ ਮਾਂ ਤੇ ਮਾਮੇ ਦੇ ਨਾਲ ਨਫ਼ਰਤ ਕਰਨ ਲੱਗ ਪਈ ਸੀ। ਉਹ ਮੈਨੂੰ ਚੰਗੇ ਨਹੀਂ ਲੱਗਦੇ ਸੀ। ਇਸ ਲਈ ਅਗਲੇ ਦਿਨ ਹੀ ਮੈਂ ਰਾਤ ਨੂੰ ਫਟਾਫਟ ਇੱਕ ਛੋਟਾ ਕੈਮਰਾ ਲੈ ਕੇ ਸਟੋਰ ਰੂਮ ਵਿੱਚ ਪਹੁੰਚ ਗਈ, ਕਿਉਂਕਿ ਮੈਨੂੰ ਪਤਾ ਸੀ ਕਿ ਉਹਨਾਂ ਨੇ ਆਪਣੀ ਖੁਆਇਸ਼ ਪੂਰੀ ਕਰਨ ਦੇ ਲਈ ਸਟੋਰ ਰੂਮ ਵਿੱਚ ਹੀ ਆਪਣਾ ਅੱਡਾ ਬਣਾਇਆ ਹੋਇਆ। ਕਿਉਂਕਿ ਛੱਤ ਤੇ ਸਟੋਰ ਰੂਮ ਵਿੱਚ ਸਾਡੇ ਘਰ ਦੇ ਵਿੱਚ ਕੋਈ ਨਹੀਂ ਸੀ ਜਾਂਦਾ। ਸਾਲ ਵਿੱਚ ਕਦੀ ਕਦਾਈ ਸਫਾਈ ਹੁੰਦੀ ਸੀ ਤੇ ਨੌਕਰ ਹੀ ਆ ਕੇ ਕਰਦੇ ਸੀ। ਇਸ ਲਈ ਇਹ ਉਹਨਾਂ ਨੇ ਆਪਣੇ ਇਰਾਦਿਆਂ ਨੂੰ ਪੂਰਾ ਕਰਨ ਦੇ ਲਈ ਸਭ ਤੋਂ ਵਧੀਆ ਜਗ੍ਹਾ ਉਹਨਾਂ ਨੂੰ ਲੱਗਦੀ ਸੀ। ਮੈਂ ਸਟੋਰ ਰੂਮ ਵਿੱਚ ਪਹੁੰਚ ਕੇ ਉੱਪਰ ਵੱਲ ਚੜ੍ਹ ਗਈ ਤੇ ਕੈਮਰਾ ਲਗਾ ਰਹੀ ਸੀ ਕਿ ਅਚਾਨਕ ਮੇਰਾ ਪੈਰ ਤਿਲਕ ਗਿਆ, ਜਿਸ ਦਾ ਕਰਕੇ ਉੱਪਰ ਰੱਖਿਆ ਹੋਇਆ ਇੱਕ ਬਕਸਾ ਥੱਲੇ ਡਿੱਗ ਗਿਆ। ਉਹਦੇ ਵਿੱਚੋਂ ਕੁਝ ਸਮਾਨ ਹੇਠਾਂ ਖਿੱਲਰ ਗਿਆ। ਮੈਂ ਡਰਦੀ ਗਈ, ਇੰਨੀ ਤੇਜ਼ ਆਵਾਜ਼ ਸੁਣ ਕੇ ਘਰਦਿਆਂ ਵਿੱਚੋਂ ਕੋਈ ਵੀ ਉੱਪਰ ਨਾ ਆ ਜਾਵੇ। ਮੈਂ ਜੋ ਕਰਨਾ ਚਾਹੁੰਦੀ ਸੀ ਉਹ ਸਭ ਕੁਝ ਪਤਾ ਨਾ ਲੱਗ ਜਾਏ। ਮੈਂ ਫਟਾਫਟ ਸਾਰਾ ਸਮਾਨ ਚੁੱਕ ਕੇ ਬਕਸੇ ਵਿੱਚ ਰੱਖਣ ਲੱਗੀ ਤਾਂ ਮੇਰੀ ਨਜ਼ਰ ਇੱਕ ਫੋਟੋ ਤੇ ਪਈ। ਇਹਦੇ ਨਾਲ ਮੇਰੀ ਦੁਨੀਆ ਪੂਰੀ ਹਿੱਲ ਗਈ। ਮੈਨੂੰ ਤਾਂ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੁੰਦਾ ਸੀ। ਉਸ ਤੋਂ ਬਾਅਦ ਮੈਂ ਬਕਸੇ ਵਿੱਚ ਰੱਖਿਆ ਕੁਝ ਕਾਗਜ਼ ਦੇਖੇ। ਉਹਨਾਂ ਨੂੰ ਦੇਖ ਕੇ ਤਾਂ ਮੇਰਾ ਦਿਮਾਗ ਹੀ ਹਿੱਲ ਗਿਆ। ਮੈਂ ਫਟਾਫਟ ਉਹਨਾਂ ਕਾਗਜ਼ਾਂ ਨੂੰ ਆਪਣੀ ਪੈਂਟ ਦੀ ਜੇਬ ਵਿੱਚ ਲੁਕੋਇਆ। ਸਭ ਕੁਝ ਪਹਿਲਾਂ ਵਰਗਾ ਕਰਕੇ ਹੇਠਾਂ ਆ ਗਈ ਤੇ ਬਾਅਦ ਵਿੱਚ ਸਾਰੇ ਆਪਣੇ ਆਪਣੇ ਕੰਮਾਂ ਵਿੱਚ ਬਿਜ਼ੀ ਹੋ ਗਏ। ਮੈਂ ਸ਼ਾਪਿੰਗ ਦਾ ਬਹਾਨਾ ਲਾ ਕੇ ਫਟਾਫਟ ਹਸਪਤਾਲ ਪਹੁੰਚੀ ਤੇ ਉੱਥੇ ਜਾ ਕੇ ਉੱਥੋਂ ਦਾ ਰਿਸੈਪਸ਼ਨ ਵਾਲਾ ਸੀ
ਉਹਦੇ ਤੋਂ ਜੋ ਵੀ ਮੈਂ ਪਤਾ ਕਰਨ ਦੇ ਲਈ ਆਈ ਸੀ ਉਹਦੇ ਬਾਰੇ ਗੱਲ ਕੀਤੀ। ਉਹ ਪਹਿਲਾਂ ਮੇਰੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ, ਪਰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦੀ ਸੀ ਕਿ ਪੈਸਿਆਂ ਵਿੱਚ ਇੰਨੀ ਤਾਕਤ ਹੁੰਦੀ ਆ ਕਿ ਵੱਡੇ ਤੋਂ ਵੱਡਾ ਕੰਮ ਆਸਾਨ ਕਰ ਦਿੰਦੇ ਆ। ਇਸ ਲਈ ਮੈਂ ਫਟਾਫਟ 50,000 ਕੱਢ ਕੇ ਉਹਦੇ ਹੱਥ 'ਤੇ ਰੱਖ ਦਿੱਤੇ ਤੇ ਉਹ ਬਿਨਾਂ ਕਿਸੇ ਨਾ ਨੁੱਕਰ ਦੇ ਮੇਰਾ ਕੰਮ ਕਰਨ ਦੇ ਲਈ ਤਿਆਰ ਹੋ ਗਿਆ ਸੀ। ਉਸ ਤੋਂ ਬਾਅਦ ਉਹ ਮੈਨੂੰ ਹੌਲੀ ਜਿਹੇ ਰਿਕਾਰਡ ਰੂਮ ਵਿੱਚ ਲੈ ਗਿਆ ਤੇ ਉੱਥੇ ਪਹੁੰਚ ਕੇ ਮੈਂ ਜੋ ਕੁਝ ਵੀ ਦੇਖਿਆ ਉਹਦੇ ਨਾਲ ਮੇਰਾ ਸ਼ੱਕ ਯਕੀਨ ਵਿੱਚ ਬਦਲ ਗਿਆ ਸੀ। ਮੈਂ ਉਹਦੇ ਵਿੱਚ ਕਾਮਯਾਬ ਨਹੀਂ ਹੋ ਰਹੀ ਸੀ। ਮੈਂ ਇੱਕ ਡਿਟੈਕਟਿਵ ਨੂੰ ਹਾਇਰ ਕੀਤਾ ਜਿਹਨੂੰ ਉਹਨਾਂ ਤੇ ਨਜ਼ਰ ਰੱਖਣ ਲਈ ਕਿਹਾ ਤੇ 2 ਹਫ਼ਤੇ ਬਾਅਦ ਉਹਨਾਂ ਨੇ ਜੋ ਵੀ ਡਿਟੇਲ ਤੇ ਫੋਟੋਆਂ ਮੈਨੂੰ ਦਿੱਤੀਆਂ ਉਹ ਮੇਰੇ ਦਿਮਾਗ ਨੂੰ ਖਰਾਬ ਕਰ ਰਹੀਆਂ ਸੀ। ਪਰ ਇਹ ਸਵਾਲ ਸੀ ਕਿ ਆਖਰ ਇਹ ਸਭ ਨੂੰ ਆਪਣੇ ਘਰਦਿਆਂ ਦੇ ਸਾਹਮਣੇ ਕਿੱਦਾਂ ਲਿਆਵਾਂ। ਮੈਂ ਜੋ ਵੀ ਕੁਝ ਸੀ ਉਹਦੇ ਬਾਅਦ ਜਵਾਬ ਮੈਂ ਕਿੱਥੋਂ ਤੇ ਕਿੱਦਾਂ ਲੱਭਦੀ। ਇੱਕ ਦਿਨ ਇਦਾਂ ਦੀ ਖਬਰ ਆਈ ਜਿਹਨੂੰ ਸੁਣ ਕੇ ਮੈਂ ਹਿੱਲ ਹੀ ਗਈ। ਅਕਸਰ ਜਿਸ ਮੁੰਡੇ ਦੇ ਨਾਲ ਜੱਸੀ ਦੀ ਮੰਗਣੀ ਹੋਈ ਸੀ ਉਹਦਾ ਕਿਸੇ ਨੇ ਕਿਡਨੈਪ ਕਰ ਲਿਆ ਸੀ ਤੇ ਉਹ ਕਿਡਨੈਪਰ ਬਹੁਤ ਹੀ ਵੱਡੀ ਰਕਮ ਮੰਗ ਰਿਹਾ ਸੀ, ਜਿਹਨੂੰ ਸੁਣ ਕੇ ਮੇਰੇ ਘਰ ਦੇ ਤਾਂ ਘਬਰਾ ਗਏ ਸੀ। ਉਹਨਾਂ ਨੇ ਧਮਕੀ ਦਿੱਤੀ ਸੀ ਕਿ ਜੇ ਉਹਨਾਂ ਦੀ ਮੰਗ ਪੂਰੀ ਨਾ ਹੋਈ ਤਾਂ ਉਹ ਮੁੰਡੇ ਨੂੰ ਖਤਮ ਕਰ ਦੇਣਗੇ। ਮੇਰੀ ਮਾਂ ਦਾ ਤਾਂ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ। ਉਹ ਪਾਪਾ ਨੂੰ ਕਹਿ ਰਹੀ ਸੀ ਕਿ ਉਹਨਾਂ ਨੂੰ ਜਿੰਨਾ ਵੀ ਪੈਸਾ ਚਾਹੀਦਾ ਉਹਨਾਂ ਨੂੰ ਦਿਓ, ਪਰ ਮੇਰੇ ਹੋਣ ਵਾਲੇ ਜਵਾਈ ਨੂੰ ਕੁਝ ਨਹੀਂ ਹੋਣਾ ਚਾਹੀਦਾ। ਪਾਪਾ ਨੇ ਵੀ ਕਿਹਾ ਕਿ ਤੂੰ ਬਿਲਕੁਲ ਫਿਕਰ ਨਾ ਕਰ। ਪਹਿਲੀ ਗੱਲ ਤਾਂ ਸਾਡੇ ਜਵਾਈ ਦੇ ਘਰਦਿਆਂ ਕੋਲ ਇੰਨਾ ਪੈਸਾ ਨਹੀਂ ਕਿ ਉਹ ਆਪਣੇ ਮੁੰਡੇ ਨੂੰ ਹਰ ਹਾਲ ਵਿੱਚ ਬਚਾ ਲੈਣ। ਪਰ ਜਦੋਂ ਇਸ ਬਾਰੇ ਮੈਂ ਪਾਪਾ ਨੇ ਉਸ ਜਵਾਈ ਦੇ ਘਰਦਿਆਂ ਨਾਲ ਗੱਲ ਕੀਤੀ ਉਹ ਕਹਿਣ ਲੱਗੇ ਕਿ ਉਹਨਾਂ ਦੀ ਹਰ ਚੀਜ਼ ਲੋਨ ਤੇ ਆ, ਜਿਹਦੇ ਕਰਕੇ ਉਹ ਜ਼ਿਆਦਾ ਕਰਜ਼ੇ ਵਿੱਚ ਡੁੱਬੇ ਆ। ਉਹਨਾਂ ਕੋਲ ਇੰਨੇ ਪੈਸੇ ਨਹੀਂ ਆ ਉਹ ਆਪਣੇ ਮੁੰਡੇ ਨੂੰ ਬਚਾ ਸਕਣ। ਇਹ ਸੁਣਨ ਤੋਂ ਬਾਅਦ ਮੰਮੀ ਪਾਪਾ ਤੇ ਦਬਾਅ ਪਾਉਣ ਲੱਗੀ ਕਿ ਜਿੰਨੀ ਰਕਮ ਉਹਨਾਂ ਨੂੰ ਚਾਹੀਦੀ ਆ ਉਹ ਸਾਰੀ ਦਿਓ। ਪਾਪਾ ਵੀ ਆਪਣੇ ਜਵਾਈ ਦੇ ਜੀਵਨ ਨੂੰ ਬਚਾਉਣ ਦੇ ਲਈ ਸ਼ਰਤ ਮੰਨ ਗਏ। ਪਰ ਜਦੋਂ ਇਹ ਗੱਲ ਪੁਲਿਸ ਨੂੰ ਪਤਾ ਲੱਗੀ ਤੇ ਫਿਰ ਜਿਸ ਦਿਨ ਪਾਪਾ ਰਕਮ ਉਹਨਾਂ ਨੂੰ ਦੇਣ ਜਾਣ ਵਾਲੇ ਸੀ ਉਸ ਦਿਨ ਪੁਲਿਸ ਨੇ ਉੱਥੇ ਜਾ ਕੇ ਰੇਡ ਕਰ ਦਿੱਤੀ ਤੇ ਅੱਗੇ ਜੋ ਹੋਇਆ ਉਹ ਸਭ ਦੇਖ ਕੇ ਤਾਂ ਮੈਂ ਹੈਰਾਨ ਹੀ ਰਹਿ ਗਈ। ਉਹਨਾਂ ਨੇ ਕਿਡਨੈਪਰ ਨੇ ਉਸ ਮੁੰਡੇ ਨੂੰ ਮਾਰ ਦਿੱਤਾ ਸੀ। ਅਸੀਂ ਸਾਰੇ ਉਸ ਜਗ੍ਹਾ ਤੇ ਪਹੁੰਚ ਗਏ ਸੀ ਤੇ ਉਸ ਮੁੰਡੇ ਦੀ ਲਾਸ਼ ਨੂੰ ਦੇਖਦੇ ਹੀ ਮੰਮੀ ਤੇ ਮਾਮਾ ਰੋਣ ਲੱਗ ਪਏ ਸੀ ਤੇ ਮੰਮੀ ਪਿੱਟਣ ਲੱਗ ਪਈ। ਸਾਰਿਆਂ ਦੀਆਂ ਅੱਖਾਂ ਵਿੱਚ ਦੁੱਖ ਦਿਖਦਾ ਸੀ। ਜੱਸੀ ਵੀ ਰੋ ਰਹੀ ਸੀ ਕਿ ਮੇਰੇ ਹੋਣ ਵਾਲੇ ਘਰ ਵਾਲੇ ਦੇ ਨਾਲ ਇਹ ਸਭ ਕੁਝ ਹੋ ਗਿਆ। ਉਸ ਮੁੰਡੇ ਦੇ ਮਾਂ ਪਿਓ ਵੀ ਇੰਨਾ ਨਹੀਂ ਰੋ ਰਹੇ ਸੀ, ਉਹਨਾਂ ਤੋਂ ਕਿਤੇ ਜ਼ਿਆਦਾ ਸਾਡੇ ਮੰਮੀ ਤੇ ਮਾਮਾ ਰੋ ਰਹੇ ਸੀ। ਮਾਂ ਨੇ ਜੋ ਕੁਝ ਕਿਹਾ ਉਹ ਸੁਣ ਕੇ ਤਾਂ ਸਾਰੇ ਹੈਰਾਨ ਹੀ ਰਹਿ ਗਏ। ਕਹਿਣ ਲੱਗੀ, ਗੁਰਦੀਪ ਪੁੱਤ ਤੂੰ ਮੈਨੂੰ ਛੱਡ ਕੇ ਕਿਉਂ ਚਲਾ ਗਿਆ? ਤੇਰੀ ਮਾਂ ਤੇਰੇ ਬਿਨਾਂ ਕਿੱਦਾਂ ਜੀਊਗੀ? ਤੇ ਫਿਰ ਮਾਂ ਨੇ ਮੇਰੇ ਵੱਲ ਦੇਖਿਆ ਤੇ ਕਿਹਾ, ਇਹ ਸਭ ਤੇਰੀ ਵਜ੍ਹਾ ਨਾਲ ਹੀ ਹੋਇਆ। ਮੈਂ ਤੈਨੂੰ ਕਿਹਾ ਸੀ ਨਾ ਕਿ ਪੁਲਿਸ ਕੋਲ ਇਸ ਸਭ ਦੀ ਕੋਈ ਗੱਲ ਨਹੀਂ ਕਰਨੀ। ਉਹਨਾਂ ਨੂੰ ਜਿੰਨਾ ਪੈਸਾ ਚਾਹੀਦਾ ਉਹਨਾਂ ਨੂੰ ਦੇ ਦਿਓ ਤੇ ਉਹ ਮੇਰੇ ਬੱਚੇ ਨੂੰ ਛੱਡ ਦੇਣ। ਪਰ ਤੂੰ ਸਾਡੀ ਇੱਕ ਨਹੀਂ ਮੰਨੀ ਤੇ ਪੁਲਿਸ ਨੂੰ ਦੱਸ ਦਿੱਤਾ। ਮੇਰੇ ਬੱਚੇ ਦੀ ਜਾਨ ਲਈ ਇਹ ਕਹਿੰਦੇ ਹੋਏ ਮਾਂ ਕਿਸੇ ਸ਼ੇਰਨੀ ਦੀ ਤਰ੍ਹਾਂ ਮੇਰੇ ਤੇ ਝਪਟ ਪਈ ਤੇ ਮੇਰੀ ਧੌਣ ਨੂੰ ਫੜ ਕੇ ਜ਼ੋਰ ਨਾਲ ਘੁੱਟਣ ਲੱਗੀ। ਜਿੱਦਾਂ ਵੀ ਕਰਕੇ ਬਚਾਅ ਹੋਇਆ ਤੇ ਪਾਪਾ ਮੈਨੂੰ ਉਹਦੇ ਕੋਲ ਛੁਡਾ ਕੇ ਲੈ ਗਏ ਤੇ ਦੋਨਾਂ ਨੂੰ ਜਿੱਦਾਂ ਵੀ ਕਰਕੇ ਪੁਲਿਸ ਦੇ ਕਬਜ਼ੇ ਵਿੱਚ ਕਰ ਦਿੱਤੇ। ਸਭ ਦੇਖਦੇ ਪਾਪਾ ਤੇ ਦੀਦੀ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਹਰ ਕੋਈ ਹੈਰਾਨ ਸੀ, ਬਸ ਮੇਰੇ ਚਿਹਰੇ ਤੇ ਮੁਸਕਰਾਹਟ ਸੀ। ਮੈਂ ਪਾਪਾ ਨੂੰ ਕਿਹਾ, ਕਿਉਂ ਪਾਪਾ, ਕੀ ਤੁਹਾਨੂੰ ਵੀ ਸਮਝ ਨਹੀਂ ਆ ਰਿਹਾ ਕਿ ਇਹ ਸਭ ਕੀ ਹੋ ਰਿਹਾ? ਚਲੋ ਠੀਕ ਆ, ਤਾਂ ਮੈਂ ਤੁਹਾਨੂੰ ਦੱਸਦੀ ਹਾਂ ਸਾਰਾ ਕੁਝ। ਪਰ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਪੂਰੀ ਗੱਲ ਦੱਸਾਂ, ਸਭ ਤੋਂ ਪਹਿਲਾਂ ਤੁਸੀਂ ਆਪ ਮੇਰੇ ਇਸ ਸਵਾਲ ਦਾ ਜਵਾਬ ਦਿਓ ਕਿ ਇਹ ਔਰਤ ਮੇਰੀ ਸਕੀ ਮਾਂ? ਤੇ ਮੇਰੇ ਮੂੰਹੋਂ ਜਦੋਂ ਇਹ ਗੱਲ ਸੁਣੀ ਤਾਂ ਸਾਰੇ ਹੈਰਾਨ ਹੋ ਗਏ। ਅਚਾਨਕ ਹੀ ਮਾਂ ਦੇ ਹੰਝੂ ਬੰਦ ਹੋ ਗਏ। ਦੀਦੀ ਵੀ ਮੇਰੇ ਵੱਲ ਹੈਰਾਨੀ ਨਾਲ ਦੇਖਣ ਲੱਗੀ ਤੇ ਮੈਨੂੰ ਕਹਿਣ ਲੱਗੀ, ਕਮਲ ਤੇਰਾ ਦਿਮਾਗ ਖਰਾਬ ਤਾਂ ਹੋ ਗਿਆ, ਤੂੰ ਕਿੱਦਾਂ ਦੀਆਂ ਗੱਲਾਂ ਕਰ ਰਹੀ ਆਂ? ਮੈਂ ਦੀਦੀ ਨੂੰ ਕਿਹਾ, ਤੁਸੀਂ ਚੁੱਪ ਰਹੋ, ਮੈਂ ਤੁਹਾਨੂੰ ਨਹੀਂ ਪਾਪਾ ਨੂੰ ਪੁੱਛ ਰਹੀ ਹਾਂ। ਮੈਂ ਇੱਕ ਵਾਰ ਫਿਰ ਕਿਹਾ ਕਿ ਇਹ ਔਰਤ ਸਾਡੀ ਸਕੀ ਮਾਂ? ਤੇ ਉਸ ਤੋਂ ਬਾਅਦ ਪਾਪਾ ਨੇ ਨਾਂ ਵਿੱਚ ਸਿਰ ਹਿਲਾ ਦਿੱਤਾ ਤੇ ਜਿਹਦੇ ਨਾਲ ਦੀਦੀ ਵੀ ਹੈਰਾਨ ਰਹਿ ਗਈ। ਉਸ ਤੋਂ ਬਾਅਦ ਮੈਂ ਪਾਪਾ ਨੂੰ ਕਿਹਾ, ਤਾਂ ਫਿਰ ਸਾਫ਼-ਸਾਫ਼ ਦੱਸ ਦਿਓ ਕਿ ਇਹ ਔਰਤ ਕੌਣ ਆ? ਪਾਪਾ ਨੇ ਕਿਹਾ, ਤੁਹਾਡੀ ਦੋਹਾਂ ਦੀ ਮਾਂ ਕੋਈ ਹੋਰ ਸੀ, ਪਰ ਮੇਰੇ ਜਨਮ ਤੋਂ ਬਾਅਦ ਮੇਰੀ ਮਾਂ ਦੀ ਮੌਤ ਹੋ ਗਈ ਸੀ, ਜਿਹਦੀ ਵਜ੍ਹਾ ਨਾਲ ਪਾਪਾ ਪੂਰੀ ਤਰ੍ਹਾਂ ਸਦਮੇ ਵਿੱਚ ਚਲੇ ਗਏ ਸੀ। ਪਰ ਸਾਨੂੰ ਦੋਨਾਂ ਨੂੰ ਪਾਲਣ ਦਾ ਕਰਕੇ ਉਹਨਾਂ ਨੇ ਖੁਦ ਨੂੰ ਇਸ ਦੁੱਖ ਵਿੱਚ ਪਾਉਣ ਦੇ ਲਈ ਮਜ਼ਬੂਤ ਬਣਾਉਣਾ ਪਿਆ ਤੇ ਇੰਨੇ ਵੱਡੇ ਕਾਰੋਬਾਰ ਦੇ ਨਾਲ 2 ਛੋਟੀਆਂ ਬੱਚੀਆਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਉਹਨਾਂ ਤੋਂ ਨਹੀਂ ਹੁੰਦੀ ਸੀ, ਕਿਉਂਕਿ ਨੌਕਰ ਦੇ ਭਰੋਸੇ ਸਾਨੂੰ ਦੋਨਾਂ ਨੂੰ ਨਹੀਂ ਛੱਡ ਸਕਦੇ ਸੀ। ਇਸ ਕਰਕੇ ਪਾਪਾ ਨੇ ਆਫਿਸ ਵਿੱਚ ਕੰਮ ਕਰਨ ਵਾਲੇ ਇੱਕ ਕਰਮਚਾਰੀ ਨਾਲ ਗੱਲ ਕੀਤੀ
ਨਾਲ ਗੱਲ ਕੀਤੀ ਤੇ ਉਹਦੀ ਇੱਕ ਵਿਧਵਾ ਭੈਣ ਸੀ ਜੋ ਕੰਮ ਲੱਭਦੀ ਸੀ। ਜੇ ਉਹ ਚਾਹੇ ਤਾਂ ਉਹਦੀਆਂ ਧੀਆਂ ਨੂੰ ਸੰਭਾਲ ਸਕਦੀ ਆ। ਪਾਪਾ ਨੇ ਤਰਸ ਖਾ ਕੇ ਉਸ ਕਰਮਚਾਰੀ ਦੀ ਭੈਣ ਨੂੰ ਸਾਨੂੰ ਦੋਨਾਂ ਨੂੰ ਪਾਲਣ ਲੱਗੀ। ਜਦੋਂ ਉਹਨਾਂ ਨੇ ਦੇਖਿਆ ਕਿ ਔਰਤ ਸਾਨੂੰ ਦੋਵਾਂ ਨੂੰ ਧੀਆਂ ਦੀ ਤਰ੍ਹਾਂ ਚੰਗਾ ਧਿਆਨ ਰੱਖਦੀ ਆ ਤੇ ਪਾਪਾ ਖੁਸ਼ ਹੋ ਗਏ ਸੀ। ਪਰ 2 ਸਾਲ ਬਾਅਦ ਉਸ ਕਰਮਚਾਰੀ ਨੇ ਪਾਪਾ ਨੂੰ ਕਿਹਾ ਕਿ ਤੁਸੀਂ ਮੇਰੀ ਭੈਣ ਨਾਲ ਵਿਆਹ ਕਰਵਾ ਲਓ, ਜਿਹਦੇ ਨਾਲ ਪਾਪਾ ਬਹੁਤ ਟੈਨਸ਼ਨ ਵਿੱਚ ਸੀ। ਪਰ ਕਿਉਂਕਿ ਜੇ ਉਹਨੂੰ ਇੱਕ ਵਾਰ ਫਿਰ ਆਪਣੀਆਂ ਧੀਆਂ ਦੇ ਲਈ ਇੰਨੀ ਦੇਖਭਾਲ ਕਰਨ ਵਾਲੀ ਕੋਈ ਔਰਤ ਲੱਭਣੀ ਪੈ ਜਾਂਦੀ, ਪਾਪਾ ਨੇ ਤਾਂ ਉਹਨੂੰ ਮਨਾ ਕਰ ਦਿੱਤਾ। ਪਰ ਏਦਾਂ ਨਾ ਕਰੇ, ਉਹ ਆਪਣੀ ਭੈਣ ਦੀ ਜ਼ਿੰਦਗੀ ਦੀ ਤਰਲੇ ਕਰਨ ਲੱਗ ਪਿਆ। ਉਹਦੀ ਭੈਣ ਵਿਧਵਾ ਹੋ ਗਈ ਸੀ। ਜੇ ਅੱਜ ਉਹਨੇ ਉਹਦੀ ਭੈਣ ਨਾਲ ਵਿਆਹ ਨਹੀਂ ਕਰਵਾਇਆ ਤੇ ਉਹ ਆਪਣੇ ਅੱਗੇ ਦੀ ਜ਼ਿੰਦਗੀ ਕਿੱਦਾਂ ਬਿਤਾਊਗੀ। ਜਦੋਂ ਪਾਪਾ ਨੇ ਇਹ ਗੱਲ ਸੁਣੀ ਤਾਂ ਉਹਦੇ ਦਿਮਾਗ ਵਿੱਚ ਇਹ ਵਿਚਾਰ ਆਇਆ ਕਿ ਇਸ ਸਮੱਸਿਆ ਦਾ ਸਿਰਫ ਇੱਕ ਹੀ ਹੱਲ ਹੈ ਕਿ ਜੇ ਉਹਦੀ ਭੈਣ ਨਾਲ ਵਿਆਹ ਕਰਵਾ ਲੈਂਦਾ ਤਾਂ ਹਮੇਸ਼ਾ ਦੇ ਲਈ ਇਸ ਘਰ ਵਿੱਚ ਆ ਜਾਊਗੀ ਤੇ ਅਸੀਂ ਦੋਨੇ ਭੈਣਾਂ ਨੂੰ ਸੰਭਾਲਦੀ ਰਹੂਗੀ। ਉਹਦੀ ਆਪਣੀ ਵੀ ਜ਼ਿੰਦਗੀ ਸਵਰ ਜਾਊਗੀ। ਬਸ ਇਹੀ ਸੋਚਦੇ ਹੋਏ ਮੈਂ ਉਸ ਨਾਲ ਵਿਆਹ ਕਰਵਾ ਲਿਆ, ਜੋ ਅੱਜ ਸਾਡੀ ਮਾਂ ਬਣੀ ਬੈਠੀ ਆ। ਤੇ ਉਹ ਕਰਮਚਾਰੀ ਕੋਈ ਹੋਰ ਨਹੀਂ ਬਲਕਿ ਮਾਮਾ ਹੀ ਸੀ। ਪਾਪਾ ਨੇ ਮੈਨੂੰ ਕਿਹਾ ਕਿ ਮੈਂ ਤਾਂ ਤੁਹਾਡੇ ਦੋਨਾਂ ਭੈਣਾਂ ਤੋਂ ਹਮੇਸ਼ਾ ਇਹ ਗੱਲ ਲੁਕੋਈ ਸੀ ਕਿ ਕਦੀ ਵੀ ਤੁਸੀਂ ਇਹ ਨਾ ਸੋਚੋ ਕਿ ਤੁਹਾਡੀ ਮਾਂ ਦੁਨੀਆ ਤੇ ਨਹੀਂ ਰਹੀ ਤੇ ਤੁਹਾਡੀ ਮਤਰੇਈ ਮਾਂ ਨੇ ਤੁਹਾਨੂੰ ਪਾਲਿਆ। ਪਰ ਫਿਰ ਵੀ ਤੁਹਾਨੂੰ ਇਹ ਗੱਲ ਕਿੱਦਾਂ ਪਤਾ ਲੱਗ ਗਈ। ਉਸ ਤੋਂ ਬਾਅਦ ਉਸ ਰਾਤ ਜੋ ਕੁਝ ਵੀ ਸਟੋਰ ਰੂਮ ਵਿੱਚ ਮੈਂ ਦੇਖਿਆ ਸਭ ਕੁਝ ਪਾਪਾ ਨੂੰ ਦੱਸ ਦਿੱਤਾ। ਮੈਂ ਵੀ ਦੱਸਿਆ ਕਿ ਮੈਂ ਇੱਕ ਕੈਮਰਾ ਲਾਇਆ ਸੀ ਜਿਹਦੇ ਵਿੱਚ ਮੈਂ ਇੱਕ ਫੋਟੋ ਦੇਖੀ ਹੈ ਤੇ ਉਹਦੇ ਨਾਲ ਤੁਹਾਡੇ ਵਿਆਹ ਦੇ ਜੋੜੇ ਵਿੱਚ ਕੋਈ ਦੂਸਰੀ ਔਰਤ ਖੜੀ ਸੀ। ਉਸ ਬਕਸੇ ਵਿੱਚ ਮੇਰੀ ਦੀਦੀ ਦੇ ਜਨਮ ਦੇ ਸਰਟੀਫਿਕੇਟ ਪਏ ਸੀ, ਜਿਹਦੇ ਵਿੱਚ ਸਾਡੀ ਮਾਂ ਦਾ ਨਾਮ ਕੁਝ ਹੋਰ ਲਿਖਿਆ ਹੋਇਆ ਸੀ। ਇਸ ਲਈ ਜਦੋਂ ਮੈਂ ਉਸ ਹਸਪਤਾਲ ਵਿੱਚ ਜਾ ਕੇ ਪੁੱਛ-ਦੱਸ ਕੀਤੀ ਤਾਂ ਦੀਦੀ ਦੀ ਪਹਿਚਾਣ ਹੋਈ ਤਾਂ ਪਤਾ ਲੱਗਿਆ ਕਿ ਦਰਅਸਲ ਸਾਡੀ ਮਾਂ ਕੋਈ ਹੋਰ ਸੀ। ਤੇ ਮੈਂ ਪਾਪਾ ਨੂੰ ਕਿਹਾ ਕਿ ਜਦੋਂ ਮੈਂ ਉਹਨਾਂ ਦੋਨਾਂ ਨੂੰ ਪਹਿਲੀ ਵਾਰ ਦੇਖਿਆ ਤਾਂ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਕੋਈ ਭੈਣ ਆਪਣੇ ਭਰਾ ਦੇ ਨਾਲ ਏਦਾਂ ਕਿੱਦਾਂ। ਪਰ ਜਦੋਂ ਮੈਂ ਉਹਨਾਂ ਦੇ ਪਿੱਛੇ ਜਾਸੂਸ ਲਾਇਆ ਤਾਂ ਮੈਨੂੰ ਸਭ ਕੁਝ ਪਤਾ ਚੱਲ ਗਿਆ ਕਿ ਇਹ ਦੋਨੋਂ ਕੋਈ ਭੈਣ ਭਰਾ ਨਹੀਂ ਬਲਕਿ ਹਸਬੈਂਡ ਵਾਈਫ ਸੀ। ਇਸ ਬੰਦੇ ਨੇ ਜਾਣ-ਬੁੱਝ ਕੇ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੀ ਗੱਲ ਬਣਾਈ ਸੀ ਕਿ ਇਹਦੀ ਘਰਵਾਲੀ ਨਾਲ ਵਿਆਹ ਕਰਵਾ ਲਵੇ, ਕਿਉਂਕਿ ਉਹਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਤੁਸੀਂ ਸਿਰਫ 2 ਧੀਆਂ ਦੇ ਪਿਓ ਆ। ਜੇ ਆਪਣੀ ਘਰਵਾਲੀ ਨੂੰ ਤੁਹਾਡੇ ਘਰ ਵਿੱਚ ਥਾਂ ਦੇ ਦਿੱਤੀ ਤਾਂ ਸਾਰੀ ਜਾਇਦਾਦ ਦਾ ਮਾਲਕ ਬਣ ਜਾਊਗਾ, ਕਿਉਂਕਿ ਇਹਨੂੰ ਆਪਣੇ ਪੂਰੇ ਭਵਿੱਖ ਨੂੰ ਸੁਰੱਖਿਅਤ ਕਰਨਾ ਸੀ। ਇਹਦਾ ਪੂਰਾ ਪਲਾਨ ਇਹੀ ਸੀ ਕਿ ਇਹਦੀ ਘਰਵਾਲੀ ਤੇ ਦੋਨੋਂ ਭੈਣਾਂ ਦੀ ਪਰਵਰਿਸ਼ ਕਰੂੰਗੀ ਤੇ ਸਾਡੇ ਵਿਆਹ ਦੀ ਉਮਰ ਹੋ ਜਾਊਗੀ। ਜੋ ਮੁੰਡੇ ਪਹਿਲਾਂ ਹੀ ਉਹਨਾਂ ਦੇ ਸੀ ਉਹਨਾਂ ਨਾਲ ਸਾਡਾ ਵਿਆਹ ਕਿਸੇ ਵੀ ਤਰ੍ਹਾਂ ਕਰਵਾ ਦੇਊਂਗੀ। ਬਸ ਸਾਰੀ ਜਾਇਦਾਦ ਦੀ ਆਪ ਮਾਲਕਣ ਬਣ ਜਾਊਂਗੀ ਤੇ ਆਰਾਮ ਨਾਲ ਆਪਣੀ ਜ਼ਿੰਦਗੀ ਕੱਟ ਲਊਂਗੀ। ਇਸ ਲਈ ਇਸ ਔਰਤ ਨੇ ਰਾਜਵੀਰ ਨੂੰ ਝੂਠੇ ਇਲਜ਼ਾਮ ਵਿੱਚ ਫਸਾਇਆ ਤਾਂ ਕਿ ਕਿਸੇ ਵੀ ਤਰ੍ਹਾਂ ਜੱਸੀ ਦਾ ਵਿਆਹ ਇਹਦੇ ਮੁੰਡੇ ਨਾਲ ਹੋ ਜਾਵੇ। ਮੈਂ ਫਟਾਫਟ ਹੀਅਰ ਕੁੜੀ ਨੂੰ ਉੱਥੇ ਉਹਦੇ ਪਾਪਾ ਦੇ ਸਾਹਮਣੇ ਪੇਸ਼ ਕੀਤਾ ਤੇ ਉਹ ਕੁੜੀ ਰਾਜਵੀਰ ਦੇ ਨਾਲ ਜੋ ਕੁੜੀ ਫੜੀ ਗਈ ਸੀ ਉਹਨੇ ਸਭ ਕੁਝ ਕਬੂਲ ਕਰ ਲਿਆ ਤੇ ਮਤਰੇਈ ਮਾਂ ਦੇ ਕਹਿਣ ਤੋਂ ਪਹਿਲਾਂ ਹੀ ਉਸ ਕੁੜੀ ਨੇ ਰਾਜਵੀਰ ਨੂੰ ਧੋਖੇ ਨਾਲ ਬੇਹੋਸ਼ ਕੀਤਾ ਸੀ, ਫਿਰ ਸ਼ਰਾਬ ਪਿਲਾ ਦਿੱਤੀ, ਫਿਰ ਝੂਠਾ ਦਿਖਾਵਾ ਕੀਤਾ ਤੇ ਉਹਦੇ ਵਿੱਚ ਸਭ ਕੁਝ ਹੋ ਗਿਆ ਸੀ। ਮੈਂ ਪਾਪਾ ਨੂੰ ਕਿਹਾ ਕਿ ਤੁਹਾਡੀਆਂ ਨਜ਼ਰਾਂ ਦੇ ਹੇਠਾਂ ਕਈ ਸਾਲਾਂ ਤੋਂ ਇਹ ਔਰਤ ਤੁਹਾਨੂੰ ਧੋਖਾ ਦਿੰਦੀ ਰਹੀ, ਪਰ ਤੁਹਾਨੂੰ ਇੰਨਾ ਅੰਧਾ ਵਿਸ਼ਵਾਸ ਸੀ ਕਿ ਤੁਸੀਂ ਕਿਸੇ ਵੀ ਹਰਕਤ ਤੇ ਸ਼ੱਕ ਨਹੀਂ ਕੀਤਾ। ਜੇ ਉਸ ਰਾਤ ਮੈਂ ਉਸ ਬੰਦੇ ਨੂੰ ਇਹਦੇ ਨਾਲ ਨਾ ਦੇਖਦੀ ਤੇ ਸ਼ਾਇਦ ਮੈਨੂੰ ਵੀ ਕਦੀ ਸ਼ੱਕ ਨਾ ਹੁੰਦਾ। ਪਰ ਮੇਰੀ ਪੂਰੀ ਗੱਲ ਸੁਣਨ ਤੋਂ ਬਾਅਦ ਪਾਪਾ ਨੇ ਮੈਨੂੰ ਆਪਣਾ ਬਣਾ ਲਿਆ ਸੀ। ਉਹਨੂੰ ਉਸ ਔਰਤ ਦੇ ਤੇ ਉਸ ਘਰ ਵਾਲੇ ਨੂੰ ਉੱਥੇ ਹੀ ਮਾਰਨਾ ਸ਼ੁਰੂ ਕਰ ਦਿੱਤਾ। ਜਿੱਦਾਂ ਵੀ ਕਰਕੇ ਪੁਲਿਸ ਨੇ ਉਹਨਾਂ ਦੋਨਾਂ ਨੂੰ ਛੁਡਾਇਆ। ਦੋਨਾਂ ਦਾ, ਦੀਦੀ ਦਾ ਤੇ ਪਾਪਾ ਦਾ ਰੋ ਰੋ ਕੇ ਬੁਰਾ ਹਾਲ ਸੀ। ਮੈਂ ਪਾਪਾ ਨੂੰ ਕਿਹਾ ਕਿ ਇਹ ਦੋਨੋਂ ਇੰਨੇ ਵੱਡੇ ਦੋਸ਼ੀ ਆ, ਇਹਨਾਂ ਨੇ ਇੰਨੀ ਵੱਡੀ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਨਾ ਸਿਰਫ ਆਪਣੇ ਇਰਾਦਿਆਂ ਨੂੰ ਪੂਰਾ ਕਰਨ ਦੇ ਲਈ ਇਹਨਾਂ ਨੇ ਇੰਨੇ ਲੋਕਾਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ, ਬਲਕਿ ਇੱਕ ਤੋਂ ਬਾਅਦ ਇੱਕ ਪਤਾ ਨਹੀਂ ਕਿੰਨੀ ਚਾਲ ਚੱਲਦੇ ਰਹੇ ਤੇ ਇਹਨਾਂ ਦੀ ਇੱਕ ਛੋਟੀ ਜਿਹੀ ਗਲਤੀ ਨੇ ਇਹਨਾਂ ਨੂੰ ਫੜਾ ਦਿੱਤਾ। ਉਸ ਔਰਤ ਨੇ ਦੋਨਾਂ ਮੁੰਡਿਆਂ ਦੇ ਨਕਲੀ ਮਾਂ ਪਿਓ ਉੱਥੋਂ ਹੀ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪੁਲਿਸ ਨੇ ਫਟਾਫਟ ਉਹਨਾਂ ਨੂੰ ਫੜ ਲਿਆ। ਇਸੇ ਵਿੱਚ ਮੈਂ ਜ਼ਮੀਨ ਤੇ ਪਈ ਮੇਰੀ ਮਤਰੇਈ ਮਾਂ ਦੇ ਮੁੰਡੇ ਨੂੰ ਪਾਣੀ ਦੇ ਛਿੱਟੇ ਮਾਰ ਕੇ ਹੋਸ਼ ਵਿੱਚ ਲਿਆਂਦਾ। ਇਹ ਦੇਖ ਕੇ ਉਹ ਖੜਾ ਹੋ ਗਿਆ ਤੇ ਸਾਰੇ ਹੈਰਾਨ ਹੀ ਰਹਿ ਗਏ। ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਮੈਂ ਪਾਪਾ ਨੂੰ ਕਹਿ ਦਿੱਤਾ ਕਿ ਦਰਅਸਲ ਇਹਨਾਂ ਦਾ ਭਾਂਡਾ ਫੁੱਟਣ ਦੇ ਲਈ ਮੈਂ ਹੀ ਚਾਲ ਚੱਲੀ ਸੀ। ਮੈਂ ਹੀ ਪ੍ਰਦੀਪ ਦਾ ਝੂਠਾ ਕਿਡਨੈਪ ਦਾ ਡਰਾਮਾ ਕੀਤਾ ਸੀ, ਇਹਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਬੇਹੋਸ਼ ਕੀਤਾ ਸੀ।
ਉਸ ਦੇ ਬਾਅਦ ਇਹਦੇ ਸਰੀਰ ਤੇ ਥਾਂ ਥਾਂ ਤੇ ਨਿਸ਼ਾਨ ਤੇ ਨਕਲੀ ਸਟicker ਲਗਾ ਕੇ ਖੂਨ ਛਿੜਕ ਦਿੱਤਾ ਸੀ। ਸਾਰੇ ਦੁੱਖ ਵਿੱਚ ਇੰਨਾ ਜ਼ਿਆਦਾ ਡੁੱਬੇ ਸੀ ਕਿ ਇਹਨਾਂ ਨੂੰ ਇਸ ਗੱਲ ਬਾਰੇ ਧਿਆਨ ਹੀ ਨਹੀਂ ਦਿੱਤਾ। ਪ੍ਰਦੀਪ ਦੇ ਸਾਹ ਚੱਲ ਰਹੇ ਸੀ। ਜੇ ਮੈਂ ਸਾਹਮਣੇ ਤੋਂ ਤੁਹਾਨੂੰ ਇਹਦੀ ਇੱਕ ਸੱਚਾਈ ਦੱਸਾਂ ਤਾਂ ਸ਼ਾਇਦ ਤੁਸੀਂ ਮੇਰੀ ਗੱਲ ਤੇ ਯਕੀਨ ਨਾ ਕਰਦੇ, ਪਰ ਇਹਨਾਂ ਨੇ ਆਪਣੇ ਮੂੰਹ ਇਸ ਗੱਲ ਨੂੰ ਕਬੂਲ ਕੀਤਾ। ਅੱਜ ਸਭ ਦੇ ਸਾਹਮਣੇ ਆ, ਇਸ ਲਈ ਮੈਂ ਸਭ ਕੁਝ ਪੁਲਿਸ ਦੀ ਮਦਦ ਨਾਲ ਕੀਤਾ ਤਾਂ ਕਿ ਸਾਹਮਣੇ ਹੀ ਸਬੂਤ ਮਿਲ ਜਾਵੇ, ਗਵਾਹ ਵੀ, ਤਾਂ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ। ਬਾਅਦ ਵਿੱਚ ਪੁਲਿਸ ਉਹਨਾਂ ਨੂੰ ਫੜ ਕੇ ਆਪਣੇ ਕਮਰੇ ਵਿੱਚ ਲੈ। ਮੈਂ ਆਪਣੇ ਪਾਪਾ ਤੇ ਦੀਦੀ ਦੇ ਨਾਲ ਘਰ ਵਾਪਸ ਆ ਗਈ। ਪਾਪਾ ਨੇ ਸਾਡੇ ਕੋਲੋਂ ਮਾਫੀ ਮੰਗੀ, ਕਿਹਾ ਤੁਹਾਡੀ ਜ਼ਿੰਦਗੀ ਬਾਰੇ ਮੈਂ ਬਹੁਤ ਵੱਡੀ ਭੁੱਲ ਕੀਤੀ ਹੈ। ਮੈਂ ਪਾਪਾ ਨੂੰ ਕਿਹਾ ਕਿ ਤੁਸੀਂ ਮਾਫੀ ਨਹੀਂ ਮੰਗਣੀ, ਗਲਤੀਆਂ ਇਨਸਾਨ ਕੋਲੋਂ ਹੁੰਦੀਆਂ। ਤੁਸੀਂ ਆਪਣੀਆਂ ਧੀਆਂ ਦੀ ਚੰਗੀ ਪਰਵਰਿਸ਼ ਲਈ ਇਹ ਕੁਝ ਕੀਤਾ ਸੀ ਕਿ ਤੁਹਾਨੂੰ ਕੀ ਪਤਾ ਸੀ ਕਿ ਪਰਵਰਿਸ਼ ਵਿੱਚ ਕਿੰਨੀ ਸਾਜ਼ਿਸ਼ ਹੋ ਰਹੀ ਆ। ਇੱਕ ਹਫ਼ਤੇ ਦੇ ਬਾਅਦ ਅਸੀਂ ਇੱਕ ਵਾਰ ਫਿਰ ਰਾਜੀਵ ਦੇ ਘਰ ਗੱਲ ਕਰਨ ਲਈ ਗਏ ਤੇ ਸਭ ਕੁਝ ਸਾਫ਼-ਸਾਫ਼ ਦੱਸ ਦਿੱਤਾ। ਜਿਨ੍ਹਾਂ ਨੂੰ ਸੁਣ ਕੇ ਉਹ ਹੈਰਾਨ ਰਹਿ ਗਏ ਤੇ ਕੋਈ ਇੰਨੀ ਵੱਡੀ ਚਾਲ ਕਿੱਦਾਂ ਚੱਲ ਸਕਦਾ। ਅਗਲੇ ਮਹੀਨੇ ਦੀਦੀ ਦਾ ਰਾਜਵੀਰ ਨਾਲ ਵਿਆਹ ਹੋ ਗਿਆ ਸੀ ਤੇ ਉਹ ਦੋਵੇਂ ਚੰਗੀ ਜ਼ਿੰਦਗੀ ਗੁਜ਼ਾਰ ਰਹੇ ਸੀ। ਮੈਂ ਆਪਣੇ ਬॉयਫ੍ਰੈਂਡ ਬਾਰੇ ਪਾਪਾ ਨੂੰ ਸਭ ਕੁਝ ਦੱਸ ਦਿੱਤਾ ਸੀ। ਉਹਦੇ ਨਾਲ ਮੇਰੀ ਮੰਗਣੀ ਹੋ ਗਈ ਸੀ ਤੇ ਸਭ ਕੁਝ ਵਧੀਆ ਚੱਲ ਰਿਹਾ ਸੀ। ਮੈਂ ਵੀ ਆਪਣੇ ਤੇ ਬੀਤੀ ਤੇ ਉਹਦੇ ਸਾਰੇ ਨਿਸ਼ਾਨ ਸ਼ਾਇਦ ਹੀ ਜੋ ਸਾਰੀ ਜ਼ਿੰਦਗੀ ਵਿੱਚ ਠੀਕ ਹੋ ਸਕਣ। ਮੈਂ ਆਪਣੀ ਮਾਂ ਨੂੰ ਬਹੁਤ ਯਾਦ ਕਰਦੀ ਹਾਂ। ਕਾਸ਼ ਉਹ ਸਾਨੂੰ ਛੱਡ ਕੇ ਨਾ ਗਈ ਹੁੰਦੀ ਤਾਂ ਅਸੀਂ ਇੰਨਾ ਵੱਡਾ ਦੁੱਖ ਨਾ ਭੋਗਦੇ। ਹਾਂਜੀ ਦੋਸਤੋ, ਇਹ ਸੀ ਅੱਜ ਦੀ ਕਹਾਣੀ ਬਾਰੇ ਤੁਹਾਡੇ ਕੀ ਖਿਆਲ ਨੇ? ਕਦੇ ਵੀ ਮਤਰੇਈ ਮਾਂ ਆਪਣੀ ਸਕੀ ਮਾਂ ਦੀ ਜਗ੍ਹਾ ਨਹੀਂ ਲੈ ਸਕਦੀ। ਇਹ ਅੱਜ ਦੀ ਕਹਾਣੀ ਵਿੱਚ ਸਾਨੂੰ ਪਤਾ ਲੱਗ ਹੀ ਗਿਆ। ਤੁਸੀਂ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ। ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।